Good morning, BSc Nursing second year class. Today we are going to discuss about myeloma. So what is myeloma? So myeloma is a blood cancer. So myeloma is also known as the multiple myeloma or myelomatosis. Myeloma is a cancer of blood cell known as a plasma cells. Myeloma begins where blood cells are made in the bone marrow. The bone marrow is the spongy center of certain bones. Health problems caused by the multiple myeloma can affect bones, immune system, kidney and red blood cell count. So what is myeloma? So myeloma is a blood cancer. So uh, uh, in previous lecture we also studied about blood cancer, but in case of myeloma ਕੀ ਹੁੰਦਾ ਜਿਹੜਾ ਆਪਣੇ ਕੋਲ ਬੋਨ ਮੈਰੋ ਆ, ਠੀਕ ਹੈ। ਬੋਨ ਮੈਰੋ ਦੇ ਵਿੱਚ ਆਪਣੇ ਕੋਲ ਪਲਾਜ਼ਮਾ ਪ੍ਰੋਟੀਨਸ ਪ੍ਰੈਜ਼ੈਂਟ ਹੁੰਦੇ ਆ, ਠੀਕ ਹੈ। ਬਟ ਮਾਇਲੋਮਾ ਦੇ ਵਿੱਚ ਕੀ ਹੁੰਦਾ, ਆਪਣੇ ਕੋਲ ਜਿਹੜਾ ਮਾਇਲੋਮਾ ਹੈਗਾ, ਥੀਜ਼ ਆਰ ਦਾ ਅਬਨੋਰਮਲ ਪਲਾਜ਼ਮਾ ਸੈਲਸ, ठीक है। माइलोमा की है, दीज आर द abnormal plasma cells that produce that impaired normal function of the immune system, ठीक है। ਮਾਇਲੋਮਾ ਦੇ ਵਿੱਚ ਕੀ ਹੁੰਦਾ ਕਿ ਜਿਹੜਾ ਬੋਨ ਮੈਰੋ ਆ, ਬੋਨ ਮੈਰੋ ਦੇ ਵਿੱਚ ਅਬਨੋਰਮਲ ਪਲਾਜ਼ਮਾ ਸੈਲਸ ਪ੍ਰੈਜ਼ੈਂਟ ਹੈ, ਠੀਕ ਹੈ। ਅਬਨੋਰਮਲ ਪਲਾਜ਼ਮਾ ਸੈਲਸ ਨੇ ਕੀ ਕਰਨਾ ਕਿ ਪਲਾਜ਼ਮਾ ਸੈਲਸ ਮੋਸਟਲੀ ਕਿਸ ਨਾਲ ਰਿਲੇਟਡ ਹੁੰਦੇ ਆ, ਇਮਿਊਨ ਸਿਸਟਮ ਦੇ ਨਾਲ, ਠੀਕ ਹੈ। ਸੋ ਹੁਣ ਇਹਦੇ ਵਿੱਚ ਕੀ ਹੋ ਰਿਹਾ, ਸੋ ਨੋਰਮਲ ਪਲਾਜ਼ਮਾ ਸੈਲਸ ਪ੍ਰੋਡਿਊਸ ਨੋਰਮਲ ਇਮਿਊਨੋਗਲੋਬਿਨਸ, ਠੀਕ ਹੈ। ਮੀਨਸ ਜਿਹੜੇ ਨੋਰਮਲ ਪਲਾਜ਼ਮਾ ਸੈਲਸ ਨੇ ਉਹ ਆਪਣੇ ਇਮਿਊਨ ਸਿਸਟਮ ਦੇ ਵਿੱਚ ਹੈਲਪ ਕਰਦੇ ਆ, ਦੇ ਪ੍ਰੋਡਿਊਸ ਦ ਇਮਿਊਨੋਗਲੋਬਿਨਸ ਟੂ ਦੈਟ ਇਮਿਊਨੋਗਲੋਬਿਨ ਹੈਲਪ to fight against infection, ठीक है। बट इन abnormal plasma cells की हो रहा अपने को abnormal antibodies produce होनी है, ठीक है। abnormal immunoglobulins produce हो रहे हैं, that known as M proteins, ठीक है। abnormal immunoglobulins that also known as M proteins, ठीक है। ਹੁਣ ਜਦੋਂ abnormally means ਜਦੋਂ ਆਪਣੇ ਕੋਲ ਜਿਹੜੇ ਮਾਇਲੋਮਾ ਸੈਲਸ ਪ੍ਰੈਜ਼ੈਂਟ ਆ ਪਲਾਜ਼ਮਾ ਦੇ ਵਿੱਚ, ਠੀਕ ਹੈ, ਉਹਨਾਂ ਨੇ ਕੀ ਕਰਨਾ, ਅਬਨੋਰਮਲ ਐਂਟੀਬੋਡੀਜ਼ ਮੀਨਸ ਇਮਿਊਨੋਗਲੋਬਿਨਸ ਪ੍ਰੋਡਿਊਸ ਕਰਨੇ ਸਟਾਰਟ ਕਰ ਦੇਣੇ ਆ, ਠੀਕ ਹੈ। ਹੁਣ ਜਦੋਂ ਬੋਨ ਮੈਰੋ ਦੇ ਵਿੱਚ ਜਿਹੜੇ ਅਬਨੋਰਮਲ ਇਮਿਊਨੋਗਲੋਬਿਨਸ ज़्यादा प्रोड्यूस होने स्टार्ट हो जाएंगे, मीनस ओवर प्रोडक्शन होएगी इम्यूनोग्लोबिन्स की, तो वो नाल की होएगा ਜਿਹੜਾ ਬੋਨ ਮੈਰੋ ਉਹਦੇ ਵਿੱਚ ਓਵਰ ਕਰਾਊਡ ਹੋ ਜਾਏਗਾ ਇਮਿਊਨੋਗਲੋਬਿਨਸ ਦਾ, ਠੀਕ ਹੈ। ਤਾਂ ਹੁਣ ਓਵਰ ਕਰਾਊਡ ਹੋਣ ਕਰਕੇ ਕੀ ਹੋਏਗਾ, ਇਮਿਊਨੋਗਲੋਬਿਨਸ ਦਾ ਆਪਣੇ ਕੋਲ ਜਿਹੜੇ ਆਰਬੀਸੀਜ਼ ਦੀ ਪ੍ਰੋਡਕਸ਼ਨ ਹੈਗੀ ਆ, ਡਬਲਿਊਬੀਸੀਜ਼ ਦੀ ਪ੍ਰੋਡਕਸ਼ਨ ਹੈਗੀ ਆ, ਉਹ ਪ੍ਰੋਡਕਸ਼ਨ ਕੀ ਹੋ ਜਾਏਗੀ, ਡਿਕਰੀਜ਼ ਹੋ ਜਾਏਗੀ। ਮੀਨਸ ਅਦਰ ਬਲੱਡ ਸੈਲਸ ਦੀ ਪ੍ਰੋਡਕਸ਼ਨ ਜਿਹੜੀ ਹੈਗੀ ਆ ਡਿਕਰੀਜ਼ ਹੋ ਜਾਏਗੀ। ਕਿਉਂ ਡਿਕਰੀਜ਼ ਹੋ ਰਹੀ ਹੈ, ਕਿਉਂਕਿ ਬੋਨ ਮੈਰੋ ਦੇ ਵਿੱਚ ਜਿਹੜੇ ਅਬਨੋਰਮਲ ਪਲਾਜ਼ਮਾ ਸੈਲਸ ਨੇ ਉਹ ਅਬਨੋਰਮਲ ਇਮਿਊਨੋਗਲੋਬਿਨਸ ਪ੍ਰੋਡਿਊਸ ਕਰ ਰਹੇ ਆ, ਠੀਕ ਹੈ। ਤਾਂ ਬੋਨ ਮੈਰੋ ਦੇ ਵਿੱਚ ਓਵਰ ਕਰਾਊਡ ਹੋ ਜਾਏਗਾ ਇਮਿਊਨੋਗਲੋਬਿਨਸ ਦਾ। ਓਵਰ ਕਰਾਊਡ ਹੋਣ ਕਰਕੇ ਇਮਿਊਨੋਗਲੋਬਿਨਸ ਦਾ ਕੀ ਹੋਏਗਾ, ਆਪਣੇ ਕੋਲ ਜਿਹੜੇ ਨੋਰਮਲ ਬਲੱਡ ਸੈਲਸ ਆ ਉਹਨਾਂ ਦੀ ਪ੍ਰੋਡਕਸ਼ਨ ਕੀ ਹੋਏਗੀ, ਡਿਕਰੀਜ਼ ਹੋ ਜਾਏਗੀ। ਸੱਚ ਐਸ ਰੈੱਡ ਬਲੱਡ ਸੈਲਸ ਨੇ, ਠੀਕ ਹੈ, ਉਹਦੀ ਪ੍ਰੋਡਕਸ਼ਨ ਡਿਕਰੀਜ਼ ਹੋ ਜਾਏਗੀ, ਉਹਦੇ ਨਾਲ ਐਨੀਮੀਆ ਕਾਜ਼ ਹੋਏਗਾ ਪਰਸਨ ਦੇ ਵਿੱਚ। ਔਰ ਸੈਕਿੰਡ WBCs ਦਾ ਅਮਾਊਂਟ ਡਿਕਰੀਜ਼ ਹੋ ਜਾਏਗਾ, ਠੀਕ ਹੈ। ਉਹਦੇ ਨਾਲ ਜਿਹੜੇ ਬੋਡੀ ਦੇ ਵਿੱਚ ਕੀ ਹੋਏਗਾ, ਇਨਫੈਕਸ਼ਨ ਦੇ ਚਾਂਸਿਸ ਜਿਹੜੇ ਹੈਗੇ ਆ ਇਨਕਰੀਜ਼ ਹੋ ਜਾਣਗੇ। ਔਰ ਪਲੇਟਲੈਟਸ ਦਾ ਅਮਾਊਂਟ ਡਿਕਰੀਜ਼ ਹੋਣ ਕਰਕੇ ਕੀ ਹੋਏਗਾ, ਬਲੀਡਿੰਗ ਦੇ ਚਾਂਸਿਸ ਜਿਹੜੇ ਹੈਗੇ ਆ ਉਹ ਇਨਕਰੀਜ਼ ਹੋ ਜਾਣਗੇ, ਠੀਕ ਹੈ। ਸੋ ਮਾਇਲੋਮਾ ਇਜ਼ ਆਲਸੋ ਨੋਨ ਐਜ਼ ਦਾ ਮਲਟੀਪਲ ਮਾਇਲੋਮਾ ਔਰ ਮਾਇਲੋਮੈਟੋਸਿਸ। ਮਾਇਲੋਮਾ ਇਜ਼ ਅ ਕੈਂਸਰ ਆਫ ਬਲੱਡ ਸੈਲ ਨੋਨ ਐਜ਼ ਪਲਾਜ਼ਮਾ ਸੈਲਸ, ਠੀਕ ਹੈ। ਮੀਨਸ ਜਿਹੜਾ ਮਾਇਲੋਮਾ ਕੀ ਹੈ, ਮਾਇਲੋਮਾਜ਼ ਆਰ ਦਾ ਅਬਨੋਰਮਲ ਪਲਾਜ਼ਮਾ ਸੈਲਸ, ਠੀਕ ਹੈ। ਮਾਇਲੋਮਾ ਕੀ ਆ, ਅਬਨੋਰਮਲ ਪਲਾਜ਼ਮਾ ਸੈਲਸ ਨੇ ਜਿਹੜੇ ਕਿ ਬਲੱਡ ਸੈਲਸ ਦਾ ਕੈਂਸਰ ਪ੍ਰੋਡਿਊਸ ਕਰ ਰਹੇ ਆ। ਸੋ ਮਾਇਲੋਮਾ ਬਿਗਿਨਸ ਵੇਅਰ ਬਲੱਡ ਸੈਲਸ ਆਰ ਮੇਡ। ਸੋ ਮਾਇਲੋਮਾ ਬਿਗਿਨ ਕਿੱਥੇ ਹੁੰਦਾ, ਸਪੈਸੀਫਿਕਲੀ ਕਿੱਥੇ ਪ੍ਰੈਜ਼ੈਂਟ ਹੁੰਦਾ ਹੈ, ਬੋਨ ਮੈਰੋ ਦੇ ਵਿੱਚ। ਦਾ ਬੋਨ ਮੈਰੋ ਇਜ਼ ਅ ਸਪੌਂਜੀ ਸੈਂਟਰ ਆਫ ਦਾ ਸਰਟਨ ਬੋਨਸ, ਠੀਕ ਹੈ। ਉਹ ਕੀ ਕਰ ਰਹੇ ਆਪਣੇ ਕੋਲ, ਬੋਨ ਮੈਰੋ ਬਲੱਡ ਸੈਲਸ ਦੀ ਪ੍ਰੋਡਕਸ਼ਨ 'ਚ ਹੈਲਪ ਕਰ ਰਿਹਾ, ਠੀਕ ਹੈ। ਹੁਣ ਜਦੋਂ ਅਬਨੋਰਮਲ ਪਲਾਜ਼ਮਾ ਸੈਲਸ ਉੱਥੇ ਪ੍ਰੈਜ਼ੈਂਟ ਹੋਣਗੇ ਤਾਂ
नॉर्मल ब्लड प्रोडक्शन जिहड़ी हैगी आ वो अपने कोल डिक्रीज़ हो जाएगी, ठीक है। सो हेल्थ प्रॉब्लम कॉज बाय द मल्टीपल मायलोमा कैन अफेक्ट बोन्स, इम्यून सिस्टम, किडनी एंड रेड ब्लड सैल काउंट, ठीक है। सो हुण मायलोमा दे नाल अपने कोल कुछ हैल्थ प्रॉब्लम्स हैगियां जिहड़ियां एसोशीएट करदियां ने मायलोमा नाल, ठीक है। मायलोमा होने तो बाद कुछ हैल्थ प्रॉब्लम्स बॉडी दे विच अराइज होंदियां ने, फॉर एग्जाम्पल इट अफेक्ट ऑन द बोन्स, ठीक है। जदों ज़्यादा इम्यूनोग्लोबिन्स प्रोड्यूस होणगे, ठीक है, उहदे नाल की होएगा, ਜਿਹੜੇ ਬੋਨਸ ਨੇ ਬੋਨਸ ਦੇ ਵਿੱਚ ਫ੍ਰੈਕਚਰ ਦੇ ਚਾਂਸਿਸ ਇਨਕਰੀਜ਼ ਹੋ ਜਾਣਗੇ, ਬੋਨ ਦੇ ਵਿੱਚ ਪੇਨ ਦੇ ਚਾਂਸਿਸ ਇਨਕਰੀਜ਼ ਹੋ ਜਾਂਦੇ ਆ, ਠੀਕ ਹੈ। ਈਜ਼ੀਲੀ ਬੋਨਸ ਜਿਹੜੀਆਂ ਹੁੰਦੀਆਂ ਨੇ ਬ੍ਰੇਕ ਡਾਊਨ ਹੋ ਜਾਂਦੀਆਂ ਨੇ, ਠੀਕ ਹੈ। ਇਮਿਊਨ ਸਿਸਟਮ ਦੇ ਵਿੱਚ ਕੀ ਹੋਏਗਾ, WBCs ਦਾ ਅਮਾਊਂਟ ਡਿਕਰੀਜ਼ ਹੋਣ ਕਰਕੇ ਕੀ ਹੋਏਗਾ, ਇਨਫੈਕਸ਼ਨ ਦੀ ਸਸੈਪਟੇਬਿਲਿਟੀ ਜਿਹੜੀ ਹੈਗੀ ਆ ਉਹ ਇਨਕਰੀਜ਼ ਹੋ ਜਾਂਦੀ ਹੈ। ਕਿਡਨੀ ਦੇ ਵਿੱਚ ਕੀ ਹੋਏਗਾ, ਜਦੋਂ ਆਪਣੇ ਕੋਲ ਅਬਨੋਰਮਲ ਪ੍ਰੋਟੀਨ ਪ੍ਰੋਡਿਊਸ ਕਰ ਰਿਹਾ ਪਲਾਸਮਾ, ਠੀਕ ਹੈ, ਅਬਨੋਰਮਲ ਪ੍ਰੋਟੀਨਸ ਪ੍ਰੋਡਿਊਸ ਹੋ ਰਹੇ ਆ, ਠੀਕ ਹੈ, ਤਾਂ ਜਿਹੜਾ ਪ੍ਰੋਟੀਨ ਹੈਗਾ ਓਵਰ ਕਰਾਊਡ ਹੋ ਜਾਏਗਾ, ਠੀਕ ਹੈ, ਔਰ ਉਹ ਕਿੱਥੇ ਡਿਪੋਜ਼ਿਟ ਹੋਣਾ ਸਟਾਰਟ ਹੋ ਜਾਏਗਾ, ਕਿਡਨੀ ਦੇ ਵਿੱਚ, ਠੀਕ ਹੈ। ਜਦੋਂ ਕਿਡਨੀ ਦੇ ਵਿੱਚ ਪ੍ਰੋਟੀਨ ਡਿਪੋਜ਼ਿਟ ਹੋਣਾ ਸਟਾਰਟ ਹੋ ਜਾਏਗਾ ਤਾਂ ਜਿਹੜੀ ਨੋਰਮਲ ਬਲੱਡ ਸਰਕੂਲੇਸ਼ਨ ਆ ਕਿਡਨੀ ਨੂੰ ਉਹ ਇੰਪੇਅਰਡ ਹੋ ਜਾਏਗੀ, ਠੀਕ ਹੈ। ਉਹਦੇ ਨਾਲ ਕਿਡਨੀ ਦੇ ਫੰਕਸ਼ਨਸ ਜਿਹੜੇ ਹੈਗੇ ਆ ਉਹ ਇੰਪੇਅਰਡ ਹੋ ਜਾਣਗੇ। ਰੈਡ ਬਲੱਡ ਸੈਲ ਕਾਊਂਟ ਡਿਕਰੀਜ਼ ਹੋ ਜਾਏਗਾ, ਠੀਕ ਹੈ, ਕਿਉਂਕਿ ਆਪਣੇ ਬੋਨ ਮੈਰੋ ਦੇ ਵਿੱਚ ਜਿਹੜਾ ਹੈਗਾ ਅਬਨੋਰਮਲ ਪਲਾਜ਼ਮਾ ਸੈਲਸ ਦਾ ਅਬੰਡੈਂਸ ਹੋ ਜਾਏਗੀ, ਠੀਕ ਹੈ। ਉਹਦੇ ਕਰਕੇ ਕੀ ਹੋਏਗਾ, ਜਿਹੜੇ RBC ਸੈਲਸ ਦੀ ਪ੍ਰੋਡਕਸ਼ਨ ਆ ਉਹ ਡਿਕਰੀਜ਼ ਹੋ ਜਾਏਗੀ, ਔਰ ਰੈਡ ਬਲੱਡ ਸੈਲ ਕਾਊਂਟ ਡਿਕਰੀਜ਼ ਹੋਣ ਕਰਕੇ ਕੀ ਹੋਏਗਾ, ਅਨੀਮੀਆ ਦੇ ਚਾਂਸਿਸ ਜਿਹੜੇ ਹੈਗੇ ਆ ਉਹ ਪਰਸਨ ਦੇ ਵਿੱਚ ਇਨਕਰੀਜ਼ ਹੋ ਜਾਣਗੇ, ਠੀਕ ਹੈ। ਦਿਸ ਇਜ਼ ਮਾਇਲੋਮਾ। ਸੋ ਨੈਕਸਟ ਟਾਈਪ ਆਫ myeloma. So first is MGUS or monoclonal gammopathy, ठीक है। सो मोनोकोनल गैमोपैथी की आ ਆਪਾਂ ਸਟਾਰਟਿੰਗ ਦੇ ਵਿੱਚ ਡਿਸਕਸ ਕੀਤਾ ਸੀ ਕਿ ਜਿਹੜੇ ਆਪਣੇ ਬੋਨ ਮੈਰੋ ਦੇ ਵਿੱਚ ਕੀ ਹੁੰਦਾ, ਅਬਨੋਰਮਲ ਪਲਾਜ਼ਮਾ ਸੈਲਸ ਜਿਹੜੇ ਹੈਗੇ ਆ, ਠੀਕ ਹੈ। ਅਬਨੋਰਮਲ ਪਲਾਜ਼ਮਾ ਸੈਲਸ ਨੇ ਕੀ ਕਰਨਾ, ਅਬਨੋਰਮਲ ਇਮਿਊਨੋਗਲੋਬਿਨਸ ਪ੍ਰੋਡਿਊਸ ਕਰਨੇ ਆ, ਠੀਕ ਹੈ। ਜਿਹੜੇ ਅਬਨੋਰਮਲ ਇਮਿਊਨੋਗਲੋਬਿਨਸ ਪ੍ਰੋਡਿਊਸ ਹੋ ਰਹੇ ਆ ਉਹਨੂੰ ਆਪਾਂ ਕੀ ਬੋਲਦੇ ਆ, ਮੋਨੋਕੋਨਲ ਇਮਿਊਨੋਗਲੋਬਿਨਸ, ਠੀਕ ਹੈ। ਮੀਨਸ ਜਿਹੜੇ ਆਪਣੀ ਬੋਨ ਮੈਰੋ ਦੇ ਵਿੱਚ ਨੋਰਮਲ ਪਲਾਜ਼ਮਾ ਸੈਲਸ ਨੇ ਉਹਨਾਂ ਨੇ ਕੀ ਕਰਨਾ ਸੀ, ਨੋਰਮਲ ਗਲੋਬੁਲਿਨਸ ਪ੍ਰੋਡਿਊਸ ਕਰਨੇ ਸੀ, ਬਟ ਇਸ ਕੰਡੀਸ਼ਨ ਦੇ ਵਿੱਚ ਕੀ ਹੋ ਰਿਹਾ, ਆਪਣੇ ਕੋਲ ਜਿਹੜਾ ਅਬਨੋਰਮਲ ਪਲਾਜ਼ਮਾ ਸੈਲਸ ਆ ਗਏ ਆ, ਠੀਕ ਹੈ, ਉਹਨਾਂ ਨੇ ਕੀ ਕਰਨਾ, ਅਬਨੋਰਮਲ ਇਮਿਊਨੋਗਲੋਬਿਨਸ ਪ੍ਰੋਡਿਊਸ ਕਰਨੇ ਆ, ਠੀਕ ਹੈ। ਡੈਟ ਆਲਸੋ ਨੋਨ ਐਜ਼ एम प्रोटीन और मोनोकोनल एंटीबॉडीज़, ठीक है। सो उसी तो अपनी फर्स्ट टाइप आ गई है MGUS और मोनोकोनल गैमोपैथी, ठीक है। सो मोनोकोनल गैमोपैथी इज़ व्हेन देयर इज़ लो काउंट ऑफ माइलोमा सैल्स इन द बोन मैरो, ठीक है। सो इस टाइप ਦੇ ਵਿੱਚ ਕੀ ਹੋ ਰਿਹਾ, ਇਸ ਕਲਾਸੀਫਿਕੇਸ਼ਨ ਦੇ ਵਿੱਚ ਕੀ ਹੋ ਰਿਹਾ, ਆਪਣੇ ਕੋਲ ਬਹੁਤ ਲੋ ਅਮਾਊਂਟ ਦੇ ਵਿੱਚ ਜਿਹੜੇ ਅਬਨੋਰਮਲ ਪਲਾਜ਼ਮਾ ਸੈਲਸ ਹੈਗੇ ਆ, ਠੀਕ ਹੈ। ਲੋ ਅਮਾਊਂਟ ਦੇ ਵਿੱਚ ਅਬਨੋਰਮਲ ਪਲਾਜ਼ਮਾ ਸੈਲਸ ਹੈਗੇ ਆ, ਲੋ ਅਮਾਊਂਟ ਦੇ ਵਿੱਚ ਹੀ ਐਮ ਪ੍ਰੋਟੀਨ ਪ੍ਰੋਡਿਊਸ ਹੋਏਗਾ, ਠੀਕ ਹੈ। ਲੋ ਅਮਾਊਂਟ ਦੇ ਵਿੱਚ ਹੀ ਮੋਨੋਕੋਨਲ ਜਿਹੜੇ ਐਂਟੀਬੋਡੀਜ਼ ਹੈਗੇ ਆ ਉਹ ਲੋ ਅਮਾਊਂਟ ਦੇ ਵਿੱਚ ਪ੍ਰੋਡਿਊਸ ਹੋਣਗੇ, ਠੀਕ ਹੈ। ਤਾਂ ਉਹਦੇ ਨਾਲ ਕੀ ਹੋਏਗਾ, ਆਫਨ ਦ ਸੈਲਸ ਡੂ ਨੋਟ ਟਰਨ ਇਨਟੂ ਅ ਟਿਊਮਰ। ਸੋ ਜਿਹੜੀ ਇਹ ਸਟੇਜ ਹੈਗੀ ਹੈ ਇੱਥੇ ਕੀ ਹੋ ਰਿਹਾ ਕਿ ਆਪਣੇ ਕੋਲ ਬਹੁਤ ਲੋ ਮੀਨਸ ਅਬਨੋਰਮਲ ਪਲਾਜ਼ਮਾ ਸੈਲਸ ਹੈਗੇ ਆ ਔਰ ਲੋ ਐਮ ਪ੍ਰੋਟੀਨ ਪ੍ਰੋਡਿਊਸ ਹੋ ਰਿਹਾ, ਠੀਕ ਹੈ। ਤਾਂ ਇਹਦੇ 'ਚ ਕੀ ਹੋਏਗਾ, ਜਿਹੜੇ ਸੈਲਸ ਨੇ ਉਹ ਟਿਊਮਰ 'ਚ ਨਹੀਂ ਕਨਵਰਟ ਹੁੰਦੇ, ਠੀਕ ਹੈ। ਸੋ ਐਂਡ ਲਿਟਲ ਟੂ no treatment is required. So MGUS is not cancer, but once can develop MGUS, it is important to see a physician twice a year to ensure that MGUS does not progress. So MGUS ਕੀ ਹੈਗੀ ਆ, ਜਿਹੜੀ ਏਸਿਮਟੋਮੈਟਿਕ ਕੰਡੀਸ਼ਨ ਹੈਗੀ ਹੈ, ਏਸਿਮਟੋਮੈਟਿਕ ਕੰਡੀਸ਼ਨ ਨਹੀਂ ਕਹਾਂਗੇ, ਇਹਦੇ ਵਿੱਚ ਕੀ ਹੋ ਰਿਹਾ ਕਿ ਜਿਹੜੇ ਆਪਣੇ ਕੋਲ ਅਬਨੋਰਮਲ ਪਲਾਜ਼ਮਾ ਸੈਲਸ ਹੈਗੇ ਆ ਬਹੁਤ ਲੋ ਅਮਾਊਂਟ ਦੇ ਵਿੱਚ ਹੈਗੇ ਆ, ਠੀਕ ਹੈ। ਮੀਨਸ ਜ਼ਿਆਦਾ ਸਿੰਪਟਮਸ ਨਹੀਂ ਅਪੀਅਰ ਹੋ ਰਹੇ, ਸੈਲਸ ਜਿਹੜੇ ਹੈਗੇ ਆ ਟਿਊਮਰ 'ਚ ਨਹੀਂ ਕਨਵਰਟ ਹੋ ਰਹੇ, ਠੀਕ ਹੈ। ਤਾਂ ਜਦੋਂ ਫਿਰ ਇਹਦੇ ਨਾਲ ਆਪਾਂ ਨੂੰ ਕੀ ਹੁੰਦਾ, ਟਰੀਟਮੈਂਟ ਵੀ ਨਹੀਂ ਇੰਨਾ ਰਿਕੁਆਇਰਡ, ਬਟ ਕੀ ਹੁੰਦਾ ਕਿ ਇਹ ਡਿਜ਼ੀਜ਼ ਕੰਡੀਸ਼ਨ ਫਰਦਰ ਅੱਗੇ ਪ੍ਰੋਗਰੈਸ ਨਾ ਕਰ ਜੇ, ਠੀਕ ਹੈ। ਉਸ ਚੀਜ਼ ਨੂੰ ਪ੍ਰੀਵੈਂਟ ਕਰਨ ਲਈ ਆਪਾਂ ਐਨੂਅਲੀ 2 ਟਾਈਮ ਡਾਕਟਰ ਔਰ ਫਿਜ਼ੀਸ਼ੀਅਨ ਨੂੰ ਆਪਾਂ ਚੈੱਕ ਕਰਵਾਉਣਾ, ਆਪਣੇ ਟੈਸਟ ਵਗੈਰਾ ਪਰਫੋਰਮ ਕਰਵਾਉਣੇ ਆ, ਠੀਕ ਹੈ, ਪੇਸ਼ੈਂਟ ਦੇ। ਸੋ ਫਰਸਟ ਇਜ਼ monoclonal gammopathy. Second type is indolent myeloma. So indolent myeloma is a condition where there are more myeloma cells,
ਸੋ ਫਸਟ ਟਾਈਪ ਦੇ ਵਿੱਚ ਆਪਾਂ ਕੀ ਕੀਤਾ ਸੀ, ਬਹੁਤ ਲੋ ਅਮਾਊਂਟ ਦੇ ਵਿੱਚ ਆਪਣੇ ਕੋਲ ਮਾਇਲੋਮਾ ਸੈੱਲ ਸੀਗੇ, ਠੀਕ ਹੈ। ਬਟ ਇੰਡੋਲੈਂਟ ਮਾਇਲੋਮਾ ਦੇ ਵਿੱਚ ਕੀ ਹੋ ਗਿਆ, ਮਾਇਲੋਮਾ ਸੈੱਲਸ ਦਾ ਜਿਹੜਾ ਨੰਬਰ ਹੈਗਾ ਉਹ ਫਸਟ ਟਾਈਪ ਨਾਲੋਂ ਜ਼ਿਆਦਾ ਇਨਕਰੀਜ਼ ਹੋ ਗਿਆ, ਠੀਕ ਹੈ। ਇਸ ਕੰਡੀਸ਼ਨ ਦੇ ਵਿੱਚ ਆਪਣੇ ਕੋਲ ਮਾਇਲੋਮਾ ਸੈੱਲਸ ਦਾ ਨੰਬਰ ਇਨਕਰੀਜ਼ ਹੋ ਗਿਆ। ਸੋ ਬਟ ਇਸ ਕੰਡੀਸ਼ਨ ਦੇ ਵਿੱਚ ਕੀ ਹੋਇਆ ਕਿ ਮਾਇਲੋਮਾ ਸੈੱਲਸ ਦਾ ਨੰਬਰ ਇਨਕਰੀਜ਼ ਹੋ ਰਿਹਾ, ਬਟ ਇੰਨਾ ਵੀ ਇਨਕਰੀਜ਼ ਨਹੀਂ ਹੋਇਆ ਕਿ ਸਿੰਪਟਮਸ ਪ੍ਰੋਡਿਊਸ ਹੋਣੇ ਸਟਾਰਟ ਹੋ ਜਾਣ, ਠੀਕ ਹੈ। ਈਵਨ ਸੋ ਦੇयर ਆਰ ਸਟਿਲ ਨੋ ਇਨਫ ਮਾਇਲੋਮਾ cells to cause symptom or damage the body. However, indolent myeloma can get worse over time. There is no need for treatment, but again, it is important to have regular exams to make sure that condition is not getting worse, ठीक है। So indolent myeloma ਕੀ ਹੈ, ठीक है। ਇਹਦੇ ਵਿੱਚ ਕੀ ਹੋਏਗਾ, ਫਸਟ ਟਾਈਪ ਜਿਹੜੀ ਆਪਾਂ ਕੀਤੀ ਸੀ ਮਾਇਲੋਮਾ ਸੈਲਸ, ਉਹਦੇ ਵਿੱਚ ਕੀ ਸੀਗਾ, ਬਹੁਤ ਲੋ ਅਮਾਊਂਟ ਦੇ ਵਿੱਚ ਮਾਇਲੋਮਾ ਸੈਲਸ ਸੀਗੇ, ਠੀਕ ਹੈ। ਕੋਈ ਸਿੰਪਟਮ ਨਹੀਂ ਸੀਗਾ ਔਰ ਨਾ ਹੀ ਟ੍ਰੀਟਮੈਂਟ ਰਿਕੁਆਇਰਡ ਸੀਗਾ, ਠੀਕ ਹੈ, ਉਸ ਕੰਡੀਸ਼ਨ ਦੇ। ਬਟ ਇੰਡੋਲੈਂਟ ਮਾਇਲੋਮਾ ਦੇ ਵਿੱਚ ਕੀ ਹੋ ਗਿਆ ਕਿ ਫਸਟ ਟਾਈਪ ਨਾਲੋਂ ਆਪਣੇ ਕੋਲੋਂ ਮਾਇਲੋਮਾ ਸੈਲਸ ਜਿਹੜੇ ਹੈਗੇ ਆ ਨੰਬਰ ਉਹਨਾਂ ਦਾ ਇਨਕਰੀਜ਼ ਹੋ ਗਿਆ, ਬਟ ਕੀ ਆ ਮਾਇਲੋਮਾ ਸੈਲਸ ਸਟਿਲ ਮੀਨਸ ਉਹਨਾਂ ਦਾ ਨੰਬਰ ਇੰਨਾ ਜ਼ਿਆਦਾ ਇਨਕਰੀਜ਼ ਨਹੀਂ ਹੋਇਆ ਕਿ ਬੋਡੀ ਦੇ ਵਿੱਚ ਸਿੰਪਟਮ ਪ੍ਰੋਡਿਊਸ ਹੋਣ, ਠੀਕ ਹੈ। ਸੋ ਇਸ ਕੰਡੀਸ਼ਨ ਦੇ ਵਿੱਚ ਵੀ ਟ੍ਰੀਟਮੈਂਟ ਦੀ ਨੀਡ ਨਹੀਂ ਹੈ, ਠੀਕ ਹੈ। ਬਟ ਕੰਡੀਸ਼ਨ ਜਿਹੜੀ ਹੈਗੀ ਆ ਵਰਸ ਨਾ ਹੋ ਜਾਏ, ਠੀਕ ਹੈ, ਉਸ ਕੰਡੀਸ਼ਨ ਨੂੰ ਪ੍ਰੀਵੈਂਟ ਕਰਨ ਲਈ ਆਪਾਂ ਰੈਗੂਲਰ ਐਗਜ਼ਾਮ ਜਿਹੜਾ ਹੈਗਾ ਪਰਫੋਰਮ ਕਰਵਾਉਣਾ, ਠੀਕ ਹੈ। ਮੀਨਸ ਰੈਗੂਲਰ ਚੈੱਕਅਪ ਜਿਹੜੇ ਹੈਗੇ ਆ ਔਰ ਰੈਗੂਲਰ ਟੈਸਟ ਜਿਹੜੇ ਹੈਗੇ ਆ ਉਹ ਪਰਫੋਰਮ ਕਰਵਾਉਣੇ ਆ ਪੇਸ਼ੈਂਟ ਦੇ, ठीक है। सो मीन्स जी इंडोलेंट मायलोमा डैट इज़ अ एसिम्टोमैटिक कंडीशन। एसिम्टोमैटिक कंडीशन मीन्स एम सैल्स प्रेजेंट आ बट सिम्पटम्स नहीं प्रोड्यूस हो रहे कि जोड़े बॉडी नू डैमेज कर सकन, ठीक है। सो नैक्सट टाइप इज़ एक्टिव मायलोमा। सो एक्टिव मायलोमा इज़ अ malignant. In this case there are many more myeloma cells and they are causing single or multiple form of damage such as kidney problem, bone damage and anemia. So active myeloma causes symptom and require treatment. So ਹੁਣ थर्ड टाइप ਜਿਹੜੀ ਆਪਣੇ ਕੋਲ ਆ ਗਈ ਹੈ एक्टिव myeloma, ठीक है। इस ठीक है एक्टिव myeloma is also known as malignant myeloma। सो इस कंडीशन ਦੇ ਵਿੱਚ ਕੀ ਹੋ ਰਿਹਾ ਆਪਣੇ ਕੋਲ ਐਬਨੋਰਮਲ ਮਾਇਲੋਮਾ ਸੈਲਸ ਦਾ ਨੰਬਰ ਜਿਹੜਾ ਹੈਗਾ ਉਹ ਇਨਕਰੀਜ਼ ਹੋ ਗਿਆ, ਠੀਕ ਹੈ। ਸਿੰਪਟਮਸ ਪ੍ਰੋਡਿਊਸ ਹੋ ਰਹੇ ਆ, ਠੀਕ ਹੈ। ਔਰ ਜਿਹੜਾ ਇਹ ਮਾਇਲੋਮਾ ਅੱਗੇ ਫਰਦਰ ਬੋਡੀ ਦੇ ਵਿੱਚ ਸਪਰੈਡ ਹੋ ਰਿਹਾ, ਠੀਕ ਹੈ। ਔਰ ਇਹਦੇ ਸਪਰੈਡ ਹੋਣ ਨਾਲ ਕੀ ਹੋ ਰਿਹਾ, ਬੋਨ ਡੈਮੇਜ ਹੋ ਰਹੀਆਂ ਨੇ, ਠੀਕ ਹੈ। ਅਨੀਮੀਆ ਦੀ ਕੰਡੀਸ਼ਨ ਅਰਾਈਜ਼ ਹੋ ਰਹੀ ਹੈ, ਕਿਡਨੀਜ਼ ਡੈਮੇਜ ਹੋ ਰਹੀਆਂ ਨੇ ਪਰਸਨ ਦੀਆਂ, ਠੀਕ ਹੈ। ਸੋ ਐਕਟਿਵ ਮਾਇਲੋਮਾ ਦੇ ਕੰਡੀਸ਼ਨ ਦੇ ਵਿੱਚ ਜਿਹੜੇ ਆਪਣੇ ਕੋਲ ਸਿੰਪਟਮ ਅਪੀਅਰ ਹੋਣੇ ਸਟਾਰਟ ਹੋ ਜਾਣਗੇ, ਠੀਕ ਹੈ। ਸੋ ਇਸ ਕੰਡੀਸ਼ਨ ਦੇ ਵਿੱਚ ਆਪਾਂ ਨੂੰ ਇੱਕ ਐਡਿਕੁਏਟ ਪ੍ਰੋਪਰ ਟ੍ਰੀਟਮੈਂਟ ਚਾਹੀਦਾ ਪਰਸਨ ਦਾ, ठीक है। सो थर्ड टाइप इज मल्टीपल मायलोमा, ठीक है। सो मल्टी मायलोमा हैज़ 3 stages: stage 1, stage 2 and stage 3. So whatever stage the patient is in depend on the content of myeloma cells that are in body and how much damage they have caused. The doctor will consider and measure these factors to help him or her determine the stage and how aggressive the treatment need to be, ठीक है। सो मल्टीपल मायलोमा ਦੇ ਵਿੱਚ ਕੀ ਹੋਏਗਾ, ਜਿਹੜਾ ਮਾਇਲੋਮਾ ਹੈਗਾ ਉਹ ਸਟੇਜ 1 2 3 ਤੱਕ ਹੈਗਾ ਸਪਰੈਡ ਹੋ ਜਾਏਗਾ, ਠੀਕ ਹੈ। ਹੁਣ ਸਟੇਜ ਚਾਹੇ ਆਪਣੇ ਕੋਲ 1 ਹੈ ਇਸ ਕੰਡੀਸ਼ਨ ਦੇ ਵਿੱਚ, 2 ਹੈ, 3 ਹੈ, ਠੀਕ ਹੈ। ਹਰ ਸਟੇਜ ਦੇ ਵਿੱਚ ਜਿਹੜਾ ਟ੍ਰੀਟਮੈਂਟ ਹੈਗਾ ਪਰਸਨ ਨੂੰ ਰਿਕੁਆਇਰਡ ਆ, ਠੀਕ ਹੈ। ਹੁਣ ਜਿਹੜਾ ਟ੍ਰੀਟਮੈਂਟ ਡਿਪੈਂਡ ਕਰੇਗਾ ਕਿ ਮਾਇਲੋਮਾ ਨੇ ਕਿੰਨਾ ਬੋਡੀ ਨੂੰ ਡੈਮੇਜ ਕਰ ਚੁੱਕਿਆ, ਠੀਕ ਹੈ। ਉਸ ਅਕੋਰਡਿੰਗ ਜਿਹੜਾ ਹੈਗਾ ਆਪਣਾ ਟ੍ਰੀਟਮੈਂਟ ਪਏਗਾ। ਸੋ there are 4 types of myeloma. First is MGUS, second is indolent myeloma and third is active myeloma, fourth is multiple myeloma. सो MGUS ਦੇ ਵਿੱਚ ਕੀ ਸੀਗਾ ਆਪਣੇ ਕੋਲ ਮਾਇਲੋਮਾ ਸੈਲਸ ਦਾ ਜਿਹੜਾ ਕਾਊਂਟ ਸੀਗਾ ਉਹ ਬਹੁਤ ਘੱਟ ਸੀਗਾ, ਠੀਕ ਹੈ। ਤਾਂ ਉਹਦੇ ਵਿੱਚ ਕੀ ਹੋ ਰਿਹਾ ਸੀ, ਆਪਾਂ ਨੂੰ ਟ੍ਰੀਟਮੈਂਟ ਨਹੀਂ ਰਿਕੁਆਇਰ ਸੀਗਾ, ਟਿਊਮਰ 'ਚ ਨਹੀਂ ਕਨਵਰਟ ਹੋ ਰਹੇ ਸੀਗੇ ਉਹ ਸੈਲਸ, ਠੀਕ ਹੈ। ਬਟ ਸੈਕਿੰਡ ਇੰਡੋਲੈਂਟ ਮਾਇਲੋਮਾ ਦੇ ਵਿੱਚ ਕੀ ਹੋ ਰਿਹਾ ਸੀਗਾ ਕਿ ਫਸਟ ਕੰਡੀਸ਼ਨ ਨਾਲੋਂ ਮਾਇਲੋਮਾ ਸੈਲਸ ਦਾ ਨੰਬਰ ਇਨਕਰੀਜ਼ ਹੋ ਗਿਆ, ਬਟ ਸਟਿਲ ਜਿਹੜੀ ਕੰਡੀਸ਼ਨ ਹੈਗੀ ਹੈ ਏਸਿਮਟੋਮੈਟਿਕ ਹੈਗੀ ਹੈ, ਠੀਕ ਹੈ। ਬੋਡੀ ਦੇ ਵਿੱਚ ਉਹਦਾ ਕੋਈ ਜ਼ਿਆਦਾ ਐਡਵਰਸ ਇਫੈਕਟ ਨਹੀਂ ਪ੍ਰੈਜ਼ੈਂਟ ਹੋਏਗਾ, ਠੀਕ ਹੈ। ਇਸ ਕੰਡੀਸ਼ਨ ਦੇ ਵਿੱਚ ਵੀ ਟ੍ਰੀਟਮੈਂਟ ਰਿਕੁਆਇਰਡ ਨਹੀਂ, ਬਟ ਰੈਗੂਲਰ ਚੈੱਕਅਪ ਜਿਹੜਾ ਹੈਗਾ ਆਪਾਂ ਨੂੰ
ਪਰਸਨ ਦਾ ਕਰਵਾਉਣਾ ਪਏਗਾ ਸੋ ਦੈਟ ਕਿ ਕੰਡੀਸ਼ਨ ਵਰਸ ਨਾ ਹੋਵੇ ਠੀਕ ਹੈ। ਸੋ ਥਰਡ ਕੰਡੀਸ਼ਨ ਇਜ਼ ਐਕਟਿਵ ਮਾਇਲੋਮਾ। ਐਕਟਿਵ ਮਾਇਲੋਮਾ ਦੇ ਵਿੱਚ ਕੀ ਹੈਗਾ ਜਿਹੜੀ ਕੰਡੀਸ਼ਨ ਆਪਣੇ ਕੋਲ ਮਲਿਗਨੈਂਟ ਕੰਡੀਸ਼ਨ ਆ ਜਾਏਗੀ ਠੀਕ ਹੈ। ਸੋ ਇਸ ਕੰਡੀਸ਼ਨ ਦੇ ਵਿੱਚ ਕੀ ਹੋ ਰਿਹਾ ਕਿ ਮਾਇਲੋਮਾ ਜਿਹੜਾ ਹੈਗਾ ਬੋਡੀ ਦੇ ਦੂਸਰੇ ਪਾਰਟਸ ਨੂੰ ਡੈਮੇਜ ਕਰਨਾ ਸਟਾਰਟ ਕਰ ਦੇਗਾ ਲਾਈਕ ਬੋਨਸ ਦੇ ਇਫੈਕਟ ਕਰਨਾ ਸਟਾਰਟ ਕਰ ਦੇਗਾ ਅਨੀਮੀਆ ਦੀ ਕੰਡੀਸ਼ਨ ਰਾਈਜ਼ ਹੋਣੀ ਸਟਾਰਟ ਹੋ ਜਾਏਗੀ ਠੀਕ ਹੈ। ਸੋ ਇਸ ਕੰਡੀਸ਼ਨ ਦੇ ਵਿੱਚ ਆਪਾਂ ਨੂੰ ਟ੍ਰੀਟਮੈਂਟ ਰਿਕੁਆਇਰਡ ਹੈਗਾ। ਨੈਕਸਟ ਮਲਟੀਪਲ ਮਾਇਲੋਮਾ। ਸੋ ਮਲਟੀਪਲ ਮੀਨਸ ਜਿਹੜਾ ਮਲਟੀਪਲ ਮਾਇਲੋਮਾ ਇਹਦੇ ਵਿੱਚ ਕੀ ਹੋਏਗਾ ਜਿਹੜਾ ਮਾਇਲੋਮਾ ਹੈਗਾ ਉਹ ਸਟੇਜ 1 2 ਔਰ 3 ਤੱਕ ਆਪਣੇ ਕੋਲ ਸਪਰੈਡ ਹੋ ਜਾਏਗਾ ਠੀਕ ਹੈ। ਔਰ ਇਸ ਕੰਡੀਸ਼ਨ ਦੇ ਵਿੱਚ ਆਪਾਂ ਨੂੰ ਟ੍ਰੀਟਮੈਂਟ ਰਿਕੁਆਇਰਡ ਹੈਗਾ ਠੀਕ ਹੈ। ਔਰ ਜਿਹੜੀ ਵੀ ਸਟੇਜ ਹੈਗੀ ਹੈ ਠੀਕ ਹੈ ਜਾਂ ਕਿੰਨਾ ਬੋਡੀ ਨੂੰ ਡੈਮੇਜ ਕਰ ਰਿਹਾ ਮਾਇਲੋਮਾ ਉਸ ਅਕੋਰਡਿੰਗ ਆਪਾਂ ਪਰਸਨ ਦਾ ਜਿਹੜਾ ਟ੍ਰੀਟਮੈਂਟ ਹੈਗਾ ਉਹ ਸਟਾਰਟ ਕਰ ਲੈਂਦੇ ਹਾਂ ਠੀਕ ਹੈ। ਸੋ ਨੈਕਸਟ ਇਜ਼ ਕਾਜ਼ਿਜ਼ ਐਂਡ ਰਿਸਕ ਫੈਕਟਰਸ ਆਫ ਮਾਇਲੋਮਾ। So although the exact cause isn't known, doctors do know that multiple myeloma begins with one abnormal plasma cells in the bone marrow ठीक है। सो ਜਿਹੜਾ cause ਹੈਗਾ exact cause ਉਹ unknown ਹੈ ਬਟ ਕੀ ਹੈ ਮਲਟੀਪਲ ਮਾਇਲੋਮਾ ਦੀ ਕੰਡੀਸ਼ਨ ਦੇ ਵਿੱਚ ਕੀ ਹੁੰਦਾ one abnormal plasma cell ਠੀਕ ਹੈ। one abnormal plasma cell ਜਿਹੜਾ ਹੈਗਾ ਉਹ ਮਲਟੀਪਲ ਮਾਇਲੋਮਾ ਨੂੰ cause ਕਰਦਾ ਠੀਕ ਹੈ। ਦਿਸ abnormal cells then starts to multiply ਠੀਕ ਹੈ। ਹੁਣ ਜਦੋਂ abnormal one abnormal plasma cell ਆ ਗਿਆ bone marrow ਦੇ ਵਿੱਚ further ਉਹਦੀ ਕੀ ਹੋਏਗੀ abnormally multiplication ਹੋਣੀ start ਹੋ ਜਾਏਗੀ ਠੀਕ ਹੈ। So the cause of myeloma is unknown. Several factors have been linked to the myeloma including genetic abnormalities, exposure to certain chemicals and other condition in the workplace. For example petrochemical industry workers. So petrochemical industry workers means ਕਿਹੜੇ ਹੁੰਦੇ ਆ ਜਿੱਥੇ ਪੈਟਰੋਲੀਅਮ ਦੀ ਰਿਫਾਈਨਿੰਗ ਹੁੰਦੀ ਹੈ ਠੀਕ ਹੈ। ਪੈਟਰੋਲੀਅਮ ਗੈਸ ਜਿਹੜੀ ਹੈਗੀ ਆ ਉਹ ਪ੍ਰਪੇਅਰ ਕਰਦੇ ਆ ਠੀਕ ਹੈ। ਪੈਟਰੋਕੈਮੀਕਲ ਇੰਡਸਟਰੀ ਵਰਕਰ, ਲੈਦਰ ਵਰਕਰ, ਬੁੱਕ ਬਾਈਂਡਰ, ਕੌਸਮੈਟੋਲੋਜਿਸਟ ਐਂਡ ਨੈਕਸਟ ਆ ਗਿਆ shipyard workers, metallurgic industry workers, exposure to very large dose of radiation, certain viral infection and immune system dysfunction. However, how any of these factors actually cause myeloma is unknown. Some people who develop myeloma have none of these risk factors. So ਮਲਟੀਪਲ ਮਾਇਲੋਮਾ ਮੀਨਸ ਫਸਟ ਤਾਂ ਇਹਨਾਂ ਨੇ ਕੀ ਕਿਹਾ ਕਿ ਜਿਹੜਾ ਮਲਟੀਪਲ ਮਾਇਲੋਮਾ ਹੈਗਾ ਅਗਰ ਆਪਣੇ ਕੋਲ ਇੱਕ ਸਿੰਗਲ ਅਬਨੋਰਮਲ ਪਲਾਜ਼ਮਾ ਸੈੱਲ ਪ੍ਰੈਜ਼ੈਂਟ ਹੈ ਠੀਕ ਹੈ ਉਹਦੀ ਅੱਗੇ ਫਰਦਰ ਅਬਨੋਰਮਲੀ ਮਲਟੀਪਲੀਕੇਸ਼ਨ ਹੋਣ ਤੋਂ ਬਾਅਦ ਕੀ ਹੋਏਗਾ ਮਲਟੀਪਲ ਮਾਇਲੋਮਾ ਸੈਲਸ ਪ੍ਰੈਜ਼ੈਂਟ ਹੋਣਗੇ ਠੀਕ ਹੈ। ਮਲਟੀਪਲ ਮਾਇਲੋਮਾ ਸੈਲਸ ਅੱਗੇ ਫਰਦਰ ਕੀ ਕਰ ਰਹੇ ਆਪਣੇ ਕੋਲ ਅਬਨੋਰਮਲ ਇਮਿਊਨੋਗਲੋਬਿਨਸ ਜਿਹੜੇ ਹੈਗੇ ਆ ਪ੍ਰੋਡਿਊਸ ਕਰਦੇ ਆ ਠੀਕ ਹੈ। ਅੱਗੇ ਫਰਦਰ ਜਿਹੜੀ ਡਿਜ਼ੀਜ਼ ਕੰਡੀਸ਼ਨ ਹੈਗੀ ਆ ਉਹ ਪ੍ਰੋਗਰੈਸ ਹੋ ਜਾਏਗੀ ਠੀਕ ਹੈ। ਰਿਸਕ ਫੈਕਟਰ ਦੇ ਵਿੱਚ ਆਪਣੇ ਕੋਲ ਕਿਹੜੇ ਲੋਕ ਆ ਜਾਂਦੇ ਆ ਮੋਸਟਲੀ ਜੈਨੇਟਿਕ ਐਬਨੋਰਮੈਲਿਟੀਜ਼ ਜਿਹੜੇ ਹੁੰਦੇ ਆ ਠੀਕ ਹੈ। ਜੈਨੇਟਿਕਲੀ ਕੇਸ ਆ ਜਾਣਗੇ ਠੀਕ ਹੈ। ਹੈਰੀਡਿਟਰੀ ਪ੍ਰੈਜ਼ੈਂਟ ਹੁੰਦਾ ਠੀਕ ਹੈ। ਦੂਸਰਾ ਕੀ ਹੈ ਸਮ ਪੀਪਲ ਆ ਜਿਹੜੇ ਸਰਟਨ ਕੈਮੀਕਲਸ ਦੇ ਐਕਸਪੋਜ਼ਰ ਦੇ ਵਿੱਚ ਆਉਂਦੇ ਆ ਲਾਈਕ ਲੈਦਰ ਵਰਕਰ ਹੋ ਗਿਆ, ਬੁੱਕ ਬਾਈਂਡਰਸ ਹੋ ਗਿਆ, ਕੌਸਮੈਟੋਲੋਜਿਸਟ ਠੀਕ ਹੈ। ਮੀਨਸ ਇਹਨਾਂ ਕੰਡੀਸ਼ਨਸ ਦੇ ਵਿੱਚ ਕੀ ਹੁੰਦਾ ਕਿ ਲਾਈਕ ਜਿਵੇਂ ਲੈਦਰ ਵਰਕਰਸ ਹੈਗੇ ਆ ਠੀਕ ਹੈ। ਲੈਦਰ ਮਾਈਨਸ ਦੇ ਵਿੱਚ ਕੀ ਹੁੰਦਾ ਕਿ ਜਿਹੜੀ ਉਹਨਾਂ ਦੀ ਡਸਟ ਹੁੰਦੀ ਆ ਠੀਕ ਹੈ ਉਹ ਡਸਟ ਕੀ ਹੁੰਦਾ ਜਦੋਂ ਡਸਟ ਆਪਾਂ ਇਨਹੇਲ ਕਰਦੇ ਹਾਂ ਠੀਕ ਹੈ। ਇਨਹੇਲੇਸ਼ਨ ਦੇ ਥਰੂ ਕੀ ਹੋਏਗਾ ਉਹ ਬੋਡੀ ਦੇ ਵਿੱਚ ਚਲੀ ਜਾਂਦੀ ਹੈ ਡਸਟ ਠੀਕ ਹੈ। ਉਹ ਡਸਟ ਕੀ ਕਰਦੀ ਹੈ ਸਮਟਾਈਮ ਬਲੱਡ ਦੇ ਵਿੱਚ ਮਿਕਸ ਹੋ ਜਾਂਦੀ ਆ ਔਰ ਜਿਹੜੀ ਜੈਨੇਟਿਕ ਮਿਊਟੇਸ਼ਨ ਕੌਜ਼ ਕਰਦੀ ਹੈ ਠੀਕ ਹੈ। ਤਾਂ ਉਹਦੇ ਕਰਕੇ ਵੀ ਕੀ ਹੁੰਦਾ ਆਪਣੇ ਕੋਲ ਮਾਇਲੋਮਾ ਦੀ ਕੰਡੀਸ਼ਨ ਜਿਹੜੀ ਹੁੰਦੀ ਆ ਰਾਈਜ਼ ਹੋ ਜਾਂਦੀ ਹੈ ਠੀਕ ਹੈ। ਤਾਂ ਰਿਸਕ ਫੈਕਟਰ ਦੇ ਵਿੱਚ ਆਪਾਂ ਕਿਹੜੇ ਕੀਤੇ ਆ petrochemical industry workers, leather worker, book binder, cosmetologist, shipyard worker ठीक है। so these all are come under the risk factor. Next, pathophysiology of myeloma. So pathophysiology of myeloma. So myeloma are the abnormal cells ठीक है। myeloma ਕੀ ਹੈ these are the abnormal cells ਹੈਗੇ ਆ ਠੀਕ ਹੈ।
ਐਕਚੁਅਲੀ ਜਿਹੜੇ ਨਾਰਮਲ ਪਲਾਜ਼ਮਾ ਸੈਲਸ ਹੁੰਦੇ ਆ ਉਹ ਆਪਣੇ ਇਮਿਊਨ ਸਿਸਟਮ ਦਾ ਪਾਰਟ ਨੇ, ਠੀਕ ਹੈ। ਮੀਨਸ ਨਾਰਮਲ ਪਲਾਜ਼ਮਾ ਸੈਲਸ ਕੀ ਕਰਦੇ ਆ, ਐਂਟੀਬੋਡੀਜ਼ ਪ੍ਰੋਡਿਊਸ ਕਰਦੇ ਆ, ਠੀਕ ਹੈ। ਸੋ ਬਟ ਜਿਹੜੇ ਮਾਇਲੋਮਾ ਹੈ, ਠੀਕ ਹੈ, ਜਿਹੜੇ ਤਾਂ ਆਪਣੇ ਕੋਲ ਨਾਰਮਲ ਪਲਾਜ਼ਮਾ ਸੈਲਸ ਨੇ ਉਹ ਕੀ ਆਪਣੇ ਇਮਿਊਨ ਸਿਸਟਮ ਦਾ ਪਾਰਟ ਨੇ, ਠੀਕ ਹੈ। ਬਟ ਅਬਨੋਰਮਲ ਮਾਇਲੋਮਾ ਸੈਲਸ ਜਿਹੜੇ ਹੈਗੇ ਆ, ਠੀਕ ਹੈ, ਮੀਨਸ ਅਬਨੋਰਮਲ ਪਲਾਜ਼ਮਾ ਸੈਲ ਇਜ਼ ਨੋਨ ਐਜ਼ ਮਾਇਲੋਮਾ, ਠੀਕ ਹੈ। ਮਾਇਲੋਮਾ ਆਰ ਅਬਨੋਰਮਲ ਪਲਾਜ਼ਮਾ ਸੈਲਸ, ਠੀਕ ਹੈ। ਸਪੈਸੀਫਿਕਲੀ ਕਿੱਥੇ ਪ੍ਰੈਜ਼ੈਂਟ ਹੁੰਦੇ ਆ ਇਹ, ਬੋਨ ਮੈਰੋ ਦੇ ਵਿੱਚ, ਠੀਕ ਹੈ। ਸੋ ਮਾਇਲੋਮਾ ਸੈਲਸ ਨੇ ਕੀ ਕਰਨਾ, ਡੈਟ ਇੰਪੇਅਰਡ ਦਾ ਇਮਿਊਨ ਸਿਸਟਮ, ਠੀਕ ਹੈ। ਹੁਣ ਇਹਨਾਂ ਨੇ ਕੀ ਕਰਨਾ, ਇਮਿਊਨ ਸਿਸਟਮ ਨੂੰ ਇੰਪੇਅਰਡ ਕਰ ਦੇਣਾ, ਠੀਕ ਹੈ, ਇਹਨਾਂ ਦੀ ਫੰਕਸ਼ਨਿੰਗ ਇੰਪੇਅਰਡ ਕਰ ਦੇਣੀ ਆ ਵਿਦ ਪ੍ਰੋਬਲਮਸ ਐਸੋਸੀਏਟਿਡ ਵਿਦ ਐਂਟੀਬੋਡੀ ਓਵਰ ਪ੍ਰੋਡਕਸ਼ਨ, ਠੀਕ ਹੈ। ਨਾਰਮਲ ਪਲਾਜ਼ਮਾ ਸੈਲ ਕੀ ਕਰ ਰਹੇ ਸੀ, ਨਾਰਮਲ ਐਂਟੀਬੋਡੀਜ਼ ਪ੍ਰੋਡਿਊਸ ਕਰ ਰਹੇ ਸੀ। ਅਬਨੋਰਮਲ ਮਾਇਲੋਮਾ ਸੈਲਸ ਨੇ ਕੀ ਕਰਨਾ, ਅਬਨੋਰਮਲੀ ਐਂਟੀਬੋਡੀਜ਼ ਪ੍ਰੋਡਿਊਸ ਕਰਨੀਆਂ ਨੇ, ਠੀਕ ਹੈ। ਔਰ ਅਬਨੋਰਮਲ ਐਂਟੀਬੋਡੀਜ਼ ਪ੍ਰੋਡਿਊਸ ਹੋਣ ਕਰਕੇ ਕੀ ਹੋਏਗਾ, ਐਂਟੀਬੋਡੀਜ਼ ਦੀ ਜਿਹੜੀ ਓਵਰ ਪ੍ਰੋਡਕਸ਼ਨ ਹੋ ਜਾਏਗੀ ਬੋਨ ਮੈਰੋ ਦੇ ਵਿੱਚ, ਠੀਕ ਹੈ। ਐਜ਼ ਵੈਲ ਐਜ਼ ਪ੍ਰੋਬਲਮ ਐਸੋਸੀਏਟਿਡ ਵਿਦ ਐਨੀ ਇਨਵੇਸਿਵ ਟਿਊਮਰ, ਠੀਕ ਹੈ। ਔਰ ਇਸ ਤੋਂ ਬਾਅਦ ਕੀ ਹੋਏਗਾ, ਹੋਰ ਆਪਣੇ ਕੋਲ ਜਿਹੜੇ ਐਸੋਸੀਏਟਿਡ ਟਿਊਮਰਸ ਹੈਗੇ ਆ ਉਹ ਸਟਾਰਟ ਹੋ ਜਾਣਗੇ, ਠੀਕ ਹੈ। ਹੋਰ ਜਿਹੜੇ ਆਪਣੇ ਕੋਲ ਕੈਂਸਰ ਹੈਗਾ ਹੋਰ ਪਾਰਟਸ ਵਿੱਚ ਸਪਰੈਡ ਹੋਣਾ ਸਟਾਰਟ ਹੋ ਜਾਏਗਾ, ਠੀਕ ਹੈ। ਸੋ ਫਰਸਟ ਪ੍ਰੋਬਲਮ ਕਿਹੜੀ ਆ ਰਹੀ ਹੈ ਆਪਣੇ ਕੋਲ, ਮਾਇਲੋਮਾ ਦੇ ਨਾਲ, ਠੀਕ ਹੈ। ਆਪਣੇ ਕੋਲ ਜਿਹੜਾ ਇਮਿਊਨ ਸਿਸਟਮ ਹੈਗਾ ਇੰਪੇਅਰ ਹੋ ਰਿਹਾ, ਉਹਦੇ ਨਾਲ ਕੀ ਹੋ ਰਿਹਾ, ਐਂਟੀਬੋਡੀਜ਼ ਦੀ ਓਵਰ ਪ੍ਰੋਡਕਸ਼ਨ ਹੋ ਰਹੀ ਹੈ, ਠੀਕ ਹੈ। ਸੋ ਨਾਰਮਲ ਪਲਾਜ਼ਮਾ ਸੈਲਸ ਪ੍ਰੋਡਿਊਸ ਐਂਟੀਬੋਡੀਜ਼ ਕਾਲਡ ਇਮਿਊਨੋਗਲੋਬਿਨ IG, ਠੀਕ ਹੈ। ਨਾਰਮਲ ਪਲਾਜ਼ਮਾ ਸੈਲਸ ਹੈਗੇ ਆ ਜਿਹੜੇ ਉਹ ਨਾਰਮਲ ਐਂਟੀਬੋਡੀ ਪ੍ਰੋਡਿਊਸ ਕਰਦੇ ਆ, ਔਰ ਉਹ ਐਂਟੀਬੋਡੀ ਨੂੰ ਆਪਾਂ ਕੀ ਬੋਲਦੇ ਆ, ਇਮਿਊਨੋਗਲੋਬਿਨ IG, ਠੀਕ ਹੈ। ਸੋ ਦ ਅਬਨੋਰਮਲ ਪਲਾਜ਼ਮਾ ਸੈਲ ਇਜ਼ ਮਾਇਲੋਮਾ, ਠੀਕ ਹੈ। ਅਬਨੋਰਮਲ ਮਾਇਲੋਮਾ ਸੈਲਸ ਜਿਹੜੇ ਅਬਨੋਰਮਲ ਪਲਾਜ਼ਮਾ ਸੈਲਸ ਨੇ ਮਾਇਲੋਮਾ ਦੇ ਵਿੱਚ, ਉਹ ਕੀ ਕਰਦੇ ਆ, ਡੂ ਨਾਟ ਪ੍ਰੋਡਿਊਸ ਨਾਰਮਲ ਵਾਸਟ ਐਰੇ ਆਫ ਡਿਫਰੈਂਟ ਇਮਿਊਨੋਗਲੋਬਿਨਸ, ਮੀਨਸ ਜਿਹੜੇ ਅਬਨੋਰਮਲ ਪਲਾਜ਼ਮਾ ਸੈਲਸ ਹੈਗੇ ਆ ਉਹ ਨਾਰਮਲ ਇਮਿਊਨੋਗਲੋਬਿਨਸ ਪ੍ਰੋਡਿਊਸ ਨਹੀਂ ਕਰਦੇ, ਉਹਨਾਂ ਨੇ ਕੀ ਕਰਨਾ, ਇੰਸਟੈਡ ਮਾਇਲੋਮਾ ਸੈਲਸ ਮੇ ਪ੍ਰੋਡਿਊਸ ਐਨ ਅਬਨੋਰਮਲ ਇਮਿਊਨੋਗਲੋਬਿਨਸ, ਠੀਕ ਹੈ। ਉਹਨਾਂ ਨੇ ਕੀ ਕਰਨਾ, ਅਬਨੋਰਮਲ ਇਮਿਊਨੋਗਲੋਬਿਨਸ ਪ੍ਰੋਡਿਊਸ ਕਰਨੇ ਸਟਾਰਟ ਕਰ ਦੇਣੇ, ਠੀਕ ਹੈ। ਅਬਨੋਰਮਲ ਇਮਿਊਨੋਗਲੋਬਿਨ ਇਜ਼ ਨੋਨ ਐਜ਼ मोनोक्लोनल प्रोटीन्स, ठीक है, मोनोक्लोनल प्रोटीन्स और एम प्रोटीन, ठीक है। सो ਜਿਹੜੇ ਆਪਣੇ ਕੋਲ ਅਬਨੋਰਮਲ ਇਮਿਊਨੋਗਲੋਬਿਨ ਪ੍ਰੋਡਿਊਸ ਕਰ ਰਹੇ ਆ ਮਾਇਲੋਮਾ ਸੈਲਸ, ਉਹਨਾਂ ਨੂੰ ਆਪਾਂ ਕੀ ਬੋਲਦੇ ਹਾਂ, ਮੋਨੋਕਲੋਨਲ ਪ੍ਰੋਟੀਨਸ ਔਰ ਐਮ ਪ੍ਰੋਟੀਨਸ, ਠੀਕ ਹੈ। ਹੁਣ ਇਹ ਐਮ ਪ੍ਰੋਟੀਨ ਕੀ ਕਾਜ਼ ਕਰ ਰਹੇ ਆ, ਡਿਫਿਕਲਟੀ ਫਾਈਟਿੰਗ ਆਫ ਇਨਫੈਕਸ਼ਨ, ਠੀਕ ਹੈ। ਹੁਣ ਜਿਹੜੇ ਅਬਨੋਰਮਲ ਐਮ ਪ੍ਰੋਟੀਨ ਨੇ ਉਹਨਾਂ ਨੇ ਕੀ ਕੀਤਾ, ਨਾਰਮਲ ਇਮਿਊਨੋਗਲੋਬਿਨ ਪ੍ਰੋਡਿਊਸ ਨਹੀਂ ਹੋਣ ਦੇਣਾ, ਠੀਕ ਹੈ। ਤਾਂ ਉਹਦੇ ਨਾਲ ਕੀ ਹੋਏਗਾ, ਬੋਡੀ ਦੀ ਜਿਹੜੀ ਇਨਫੈਕਸ਼ਨ ਦੇ ਅਗੇਂਸਟ ਫਾਈਟ ਕਰਨ ਦੀ ਕੈਪੇਬਿਲਿਟੀ ਆ ਉਹ ਕੀ ਹੋ ਜਾਏਗੀ, ਡਿਕਰੀਜ਼ ਹੋ ਜਾਏਗੀ। ਸੋ ਡਿਊ ਟੂ ਓਵਰ ਕਰਾਊਡਡ ਐਮ ਸੈਲਸ, ਠੀਕ ਹੈ, ਬੋਨ ਮੈਰੋ ਦੇ ਵਿੱਚ ਜਿਹੜੇ ਐਮ ਸੈਲਸ ਹੈਗੇ ਆ ਉਹ ਓਵਰ ਕਰਾਊਡ ਹੋ ਗਏ, ਠੀਕ ਹੈ। ਐਮ ਸੈਲ ਓਵਰ ਕਰਾਊਡ ਹੋਣ ਨਾਲ ਕੀ ਹੋਏਗਾ, RBCs ਦਾ ਨੰਬਰ ਜਿਹੜਾ ਹੈਗਾ, ਨੋਰਮਲ ਬਲੱਡ ਸੈਲਸ ਦੀ ਪ੍ਰੋਡਕਸ਼ਨ ਜਿਹੜੀ ਹੈਗੀ ਆ ਉਹ ਡਿਕਰੀਜ਼ ਹੋ ਜਾਏਗੀ। RBCs ਦੀ ਪ੍ਰੋਡਕਸ਼ਨ ਡਿਕਰੀਜ਼ ਹੋ ਗਈ, ਪਲੇਟਲੇਟਸ ਦੀ ਪ੍ਰੋਡਕਸ਼ਨ ਡਿਕਰੀਜ਼ ਹੋ ਗਈ, ਔਰ WBC ਦੀ ਪ੍ਰੋਡਕਸ਼ਨ ਡਿਕਰੀਜ਼ ਹੋ ਗਈ ਹੈ, ਠੀਕ ਹੈ। RBCs ਦੀ ਪ੍ਰੋਡਕਸ਼ਨ ਡਿਕਰੀਜ਼ ਹੋਣ ਨਾਲ ਕੀ ਹੋ ਰਿਹਾ, ਆਪਣੇ ਕੋਲ ਅਨੀਮੀਆ ਹੋ ਰਿਹਾ, ਫਟੀਗ ਹੋ ਰਿਹਾ, ਸ਼ਾਰਟਨੈਸ ਆਫ ਬ੍ਰੈਥ ਪ੍ਰੈਜ਼ੈਂਟ ਆ ਪਰਸਨ ਕਲਾਇੰਟ ਦੇ ਵਿੱਚ, ਠੀਕ ਹੈ। ਔਰ ਪਲੇਟਲੇਟਸ ਦਾ ਅਮਾਊਂਟ ਡਿਕਰੀਜ਼ ਹੋਣ ਨਾਲ ਕੀ ਹੋ ਰਿਹਾ, ਬਲੀਡਿੰਗ ਡਿਸਆਰਡਰਸ ਪ੍ਰੈਜ਼ੈਂਟ ਹੈ, ਈਜ਼ੀਲੀ ਬ੍ਰੂਸ਼ਿੰਗ ਪ੍ਰੈਜ਼ੈਂਟ ਹੋਏਗੀ ਪਰਸਨ ਦੇ ਵਿੱਚ, ਠੀਕ ਹੈ। ਔਰ WBC ਦਾ ਅਮਾਊਂਟ ਡਿਕਰੀਜ਼ ਹੋਣ ਨਾਲ ਕੀ ਹੋ ਰਿਹਾ, ਜਿਹੜੀ ਇਨਫੈਕਸ਼ਨ ਦੀ ਸਸੈਪਟੇਬਿਲਿਟੀ ਹੈਗੀ ਆ ਉਹ ਇਨਕਰੀਜ਼ ਹੋ ਰਹੀ ਹੈ ਕਲਾਇੰਟ ਦੇ ਵਿੱਚ, ਠੀਕ ਹੈ। ਨੈਕਸਟ ਆਪਣੇ ਕੋਲ ਕੀ ਆ ਗਿਆ, ਹੁਣ ਅਬਨੋਰਮਲ ਪਲਾਜ਼ਮਾ ਸੈਲਸ ਜਿਹੜੇ ਬੋਡੀ ਦੇ ਵਿੱਚ ਪ੍ਰੈਜ਼ੈਂਟ ਹੈ, ਠੀਕ ਹੈ। ਅਬਨੋਰਮਲ ਪਲਾਜ਼ਮਾ ਸੈਲਸ ਨੇ ਕੀ ਕਰਨਾ, abnormal plasma cell eventually invade and destroy the outer hard layer of the bone, ठीक है। ਹੁਣ ਜਿਹੜੇ abnormal plasma cells ਹੈਗੇ ਆ, ਠੀਕ ਹੈ, abnormal plasma cells ਦਾ ਕਰਾਊਡ ਹੋਣ ਕਰਕੇ ਉਹਨਾਂ ਨੇ ਕੀ ਕਰਨਾ, ਜਿਹੜੇ ਬੋਨਸ ਦੀ ਆਊਟਰ ਲੇਅਰ ਆ ਔਰ ਹਾਰਡ ਲੇਅਰ ਆ ਉਹਨੂੰ ਕੀ ਕਰਨਾ, ਉਹਨਾਂ ਨੇ ਬੋਨ ਦੀ ਹਾਰਡ ਲੇਅਰ ਨੂੰ ਉਹ ਡੈਮੇਜ ਕਰ ਦੇਣਾ, ਡਿਸਟਰੋਏ ਕਰ ਦੇਣਾ, ਠੀਕ ਹੈ। ਉਹਦੇ ਨਾਲ ਕੀ ਹੋਏਗਾ, ਡਿਸਟਰਕਸ਼ਨ ਆਫ ਬੋਨਸ, ਆਸਟੀਓਲਾਈਸਿਸ ਦੀ ਕੰਡੀਸ਼ਨ ਜਿਹੜੀ ਹੈਗੀ ਆ ਉਹ ਇਨਕਰੀਜ਼ ਹੋ ਜਾਏਗੀ। ਬੋਨ ਦੀ ਆਊਟਰ ਲੇਅਰ ਜਿਹੜੀ ਹੈਗੀ ਆ ਉਹ ਡੈਮੇਜ ਹੋ ਗਈ, ਉਹਦੇ ਨਾਲ ਬੋਨਸ ਦੀ ਡਿਸਟਰਕਸ਼ਨ ਇਨਕਰੀਜ਼ ਹੋ ਗਈ ਆ, ਠੀਕ ਹੈ। ਇਟ ਗੈਟ ਮੋਰ ਪ੍ਰੋਨ ਫ੍ਰੈਕਚਰ, ਠੀਕ ਹੈ। ਹੁਣ ਬੋਨ ਦੇ ਵਿੱਚ ਕੀ ਹੋਏਗਾ,
ਫ੍ਰੈਕਚਰ ਦੇ ਚਾਂਸਿਸ ਜਿਹੜੇ ਹੈਗੇ ਆ ਉਹ ਇਨਕਰੀਜ਼ ਹੋ ਜਾਣਗੇ। ਐਂਡ ਪ੍ਰੋਬਲਮ ਵਿਦ ਮੋਬਿਲਿਟੀ, ਸਵੀਅਰ ਪੇਨ। ਠੀਕ ਹੈ, ਹੁਣ ਜਦੋਂ ਬੋਨ ਦੀ ਜਿਹੜੀ ਆਊਟਰ ਲੇਅਰ ਹੈਗੀ ਆ, ਹਾਰਡ ਲੇਅਰ ਹੈਗੀ ਆ ਜਿਹੜੀ, ਉਹ ਵੀਕ ਹੋ ਗਈ, ਉਹਦੇ ਨਾਲ ਬੋਨ ਦੇ ਡਿਸਟਰਕਸ਼ਨ ਦੇ ਚਾਂਸਿਸ ਇਨਕਰੀਜ਼ ਹੋ ਗਏ ਆ। ਬੋਨ ਦੇ ਵਿੱਚ ਵੀਕਨੈਸ ਇਨਕਰੀਜ਼ ਹੋ ਜਾਏਗੀ। ਠੀਕ ਹੈ, ਉਹਦੇ ਨਾਲ ਕੀ ਹੋਏਗਾ, ਪਰਸਨ ਦੇ ਵਿੱਚ ਮੋਬਿਲਿਟੀ ਜਿਹੜੀ ਹੈਗੀ ਆ ਉਹ ਡਿਕਰੀਜ਼ ਹੋ ਜਾਏਗੀ। ਠੀਕ ਹੈ, ਮੇ ਬੀ ਮੋਬਿਲਿਟੀ ਟਾਈਮ ਬੋਨਸ ਦੇ ਵਿੱਚ ਪਰਸਨ ਨੂੰ ਪੇਨ ਫੀਲ ਹੋਵੇ। ਠੀਕ ਹੈ, ਸਵੀਅਰ ਪੇਨ ਪ੍ਰੈਜੈਂਟ ਹੋਏਗੀ ਬੋਨ ਦੇ ਵਿੱਚ। ਠੀਕ ਹੈ, ਅਗਰ ਸਪਾਈਨਲ ਇਨਵੋਲਵਮੈਂਟ ਹੈਗੀ ਆ, ਠੀਕ ਹੈ, ਤਾਂ ਕੀ ਹੋਏਗਾ, ਮੋਡਰੇਟ ਟੂ ਸਵੀਅਰ ਨਰਵ ਡੈਮੇਜ। ਅਗਰ ਸਪਾਈਨਲ ਬੋਨ ਇਨਵੋਲਵਮੈਂਟ ਹੋ ਰਹੀ ਹੈ, ਠੀਕ ਹੈ, ਤਾਂ ਉਹਦੇ ਨਾਲ ਕੀ ਹੋਏਗਾ, ਨਰਵ ਡੈਮੇਜ ਜਿਹੜੀਆਂ ਹੋਣੀਆਂ ਸਟਾਰਟ ਹੋ ਜਾਣਗੀਆਂ। ਠੀਕ ਹੈ, ਸੋ ਨੈਕਸਟ ਕੰਡੀਸ਼ਨ ਕੀ ਹੋ ਰਿਹਾ, ਹੁਣ ਬੋਨਸ ਦੀ ਡਿਸਟਰਕਸ਼ਨ ਹੋਣ ਨਾਲ ਕੀ ਹੋਏਗਾ, ਜਿਵੇਂ ਬੋਨਸ ਦੀ ਬ੍ਰੇਕਡਾਊਨ ਹੋਏਗੀ, ਓਸਟੀਓਲਾਈਸਿਸ ਦੀ ਕੰਡੀਸ਼ਨ ਹੋਏਗੀ। ਠੀਕ ਹੈ, ਬੋਨਸ ਦੇ ਵਿੱਚੋਂ ਕੀ ਹੋਏਗਾ, ਕੈਲਸ਼ੀਅਮ ਰਿਲੀਜ਼ ਹੋਏਗਾ। ਠੀਕ ਹੈ, ਉਹ ਕੈਲਸ਼ੀਅਮ ਕਿੱਥੇ ਚਲਾ ਜਾਏਗਾ, ਬਲੱਡ ਦੇ ਵਿੱਚ, ਔਰ ਬਲੱਡ ਦੇ ਵਿੱਚ ਕੈਲਸ਼ੀਅਮ ਦਾ ਲੈਵਲ ਕੀ ਹੋ ਜਾਏਗਾ, ਇਨਕਰੀਜ਼ ਹੋ ਜਾਏਗਾ। ਠੀਕ ਹੈ, ਬਲੱਡ ਦੇ ਵਿੱਚ ਕੈਲਸ਼ੀਅਮ ਲੈਵਲ ਇਨਕਰੀਜ਼ ਹੋਣ ਨਾਲ ਕੀ ਹੋਏਗਾ, ਹਾਈਪਰਗਲਾਈਸੀਮੀਆ ਦੀ ਕੰਡੀਸ਼ਨ ਜਿਹੜੀ ਹੈਗੀ ਆ ਉਹ ਅਰਾਈਜ਼ ਹੋ ਜਾਏਗੀ। ਠੀਕ ਹੈ, ਸੋ ਬੋਨ ਡਿਸਟਰਕਸ਼ਨ ਹੋਣ ਨਾਲ ਕੀ ਹੋ ਰਿਹਾ, ਬੋਨਸ 'ਚੋਂ ਕੈਲਸ਼ੀਅਮ ਜਿਹੜਾ ਹੈਗਾ ਰਿਲੀਜ਼ ਹੋ ਰਿਹਾ। ਕੈਲਸ਼ੀਅਮ ਰਿਲੀਜ਼ ਹੋਣ ਕਰਕੇ ਕੀ ਹੋਏਗਾ, ਬਲੱਡ ਦੇ ਵਿੱਚ ਕੈਲਸ਼ੀਅਮ ਲੈਵਲ ਜਿਹੜਾ ਹੈਗਾ ਇਨਕਰੀਜ਼ ਹੋ ਜਾਏਗਾ। ਉਹਦੇ ਨਾਲ ਹਾਈਪਰਗਲਾਈਸੀਮੀਆ ਦੀ ਕੰਡੀਸ਼ਨ ਜਿਹੜੀ ਹੈਗੀ ਆ ਉਹ ਅਰਾਈਜ਼ ਹੋ ਜਾਏਗੀ। ਠੀਕ ਹੈ, ਦੂਸਰੀ ਸਾਈਡ ਆਪਣੇ ਕੋਲ ਕੀ ਹੋ ਰਿਹਾ, ਐਮ ਪ੍ਰੋਟੀਨ ਦੀ ਓਵਰ ਪ੍ਰੋਡਕਸ਼ਨ ਹੋਣ ਕਰਕੇ ਕੀ ਹੋਏਗਾ, ਡਿਊ ਟੂ ਪ੍ਰੋਡਕਸ਼ਨ ਆਫ ਐਮ ਪ੍ਰੋਟੀਨ by abnormal plasma cells it causes the high protein level in the blood। ਠੀਕ ਹੈ, ਬਲੱਡ ਦੇ ਵਿੱਚ ਕੀ ਹੋ ਜਾਏਗਾ, ਐਮ ਪ੍ਰੋਟੀਨ ਲੈਵਲ ਇਨਕਰੀਜ਼ ਹੋ ਜਾਏਗਾ। ਠੀਕ ਹੈ, ਹੁਣ ਜਦੋਂ ਇਹ ਪ੍ਰੋਟੀਨ ਫਿਲਟਰੇਸ਼ਨ ਲਈ ਕਿਡਨੀ 'ਚ ਜਾਏਗਾ। ਠੀਕ ਹੈ, ਸੋ ਐਕਸਟਰਾ ਪ੍ਰੋਟੀਨ ਕੈਨ ਲੌਜ ਇਨ ਕਿਡਨੀ। ਸੋ ਕਿਡਨੀ ਦੇ ਵਿੱਚ ਇਹਨੇ ਜਾ ਕੇ ਕੀ ਕਰਨਾ, ਜਿਹੜੀ ਕਿਡਨੀ ਦੇ ਵਿੱਚ ਲੌਜ ਹੋ ਜਾਏਗਾ। ਠੀਕ ਹੈ, ਕਿਡਨੀ ਨੂੰ ਅਬਸਟਰਕਟ ਕਰ ਲਏਗਾ, ਔਰ ਜਿਹੜੀ ਕਿਡਨੀ ਨੂੰ ਬਲੱਡ ਸਪਲਾਈ ਹੋ ਰਹੀ ਸੀਗੀ, ਠੀਕ ਹੈ, ਉਹ ਬਲੱਡ ਸਪਲਾਈ ਕੀ ਹੋ ਜਾਏਗੀ, ਕਿਡਨੀ ਨੂੰ ਅਬਸਟਰਕਟ ਹੋ ਜਾਏਗੀ। ਤਾਂ ਉਹਦੇ ਨਾਲ ਕੀ ਹੋਏਗਾ, ਕਿਡਨੀ ਜਿਹੜੀ ਹੈਗੀ ਆ, ਕਿਡਨੀ ਨੂੰ ਜਦੋਂ ਬਲੱਡ ਸਪਲਾਈ ਨਹੀਂ ਹੋਏਗੀ, ਕਿਡਨੀ ਦੇ ਫੰਕਸ਼ਨ ਜਿਹੜੇ ਹੈਗੇ ਆ ਉਹ ਡੈਮੇਜ ਹੋ ਜਾਣਗੇ, ਕਿਡਨੀ ਦੀ ਇੰਪੇਅਰਮੈਂਟ ਹੋ ਜਾਏਗੀ। ਠੀਕ ਹੈ, that's all about the pathophysiology of myeloma। ਠੀਕ ਹੈ, so this is all about the pathophysiology। so next, clinical manifestation of myeloma। so clinical manifestation of myeloma, the increased number of myeloma cells as well as high level of monoclonal protein that they produce can cause several symptoms in people with multiple myeloma। first is unexpected early osteoporosis can be a sign of myeloma। ठीक है, osteoporosis means ਆਪਾਂ ਪਿੱਛੇ ਡਿਸਕਸ ਕੀਤਾ ਸੀਗਾ ਕਿ ਜਿਹੜੇ ਐਮ ਪ੍ਰੋਟੀਨ ਦੀ ਓਵਰ ਪ੍ਰੋਡਕਸ਼ਨ ਹੋਣ ਕਰਕੇ ਕੀ ਹੋ ਰਿਹਾ, ਉਹ ਪ੍ਰੋਟੀਨ ਜਿਹੜਾ ਹੈਗਾ ਬੋਨਸ ਦੀ ਆਊਟਰ ਲੇਅਰ, ਹਾਰਡ ਲੇਅਰ ਨੂੰ ਕੀ ਕਰ ਰਿਹਾ, ਉਹ ਡੈਮੇਜ ਕਰ ਰਿਹਾ। ਠੀਕ ਹੈ, ਉਹਦੇ ਨਾਲ ਕੀ ਹੋਏਗਾ, ਬੋਨ ਦੇ ਵਿੱਚ ਜਿਹੜੇ ਬੋਨ ਫ੍ਰੈਜਿਲਿਟੀ ਇਨਕਰੀਜ਼ ਹੋ ਜਾਏਗੀ, ਬੋਨ ਦੇ ਬ੍ਰੇਕੇਜ ਦੇ ਚਾਂਸਿਸ ਜਿਹੜੇ ਹੈਗੇ ਇਨਕਰੀਜ਼ ਹੋ ਜਾਣੇ, ਓਸਟੋਪੋਰੋਸਿਸ ਦੇ ਚਾਂਸਿਸ ਆਪਣੇ ਕੋਲ ਇਨਕਰੀਜ਼ ਹੋ ਜਾਣੇ। ਸੋ ਫਸਟ ਕਲੀਨਿਕਲ ਮੈਨੀਫੈਸਟੇਸ਼ਨ ਕੀ ਆ ਰਿਹਾ, अर्ली ओस्टियोपोरोसिस प्रेजेंट होएगा पेशेंट ਦੇ ਵਿੱਚ। ठीक है, in case of myeloma। ठीक है, so osteolytic bone lesions, the most common symptom is pain। ਸੋ ਇਹਦੇ ਵਿੱਚ ਕੀ ਹੋਏਗਾ, ਹੁਣ ਕਾਮਨ ਸਿੰਪਟਮ ਜਿਹੜਾ ਪ੍ਰੈਜੈਂਟ ਹੋਏਗਾ ਇਹਦੇ ਵਿੱਚ ਬੋਨਸ ਦੇ ਵਿੱਚ ਪਰਸਨ ਨੂੰ ਪੇਨ ਫੀਲ ਹੋਏਗਾ। ਠੀਕ ਹੈ, ਦ ਮੋਸਟ ਫ੍ਰੀਕੁਐਂਟਲੀ ਅਫੈਕਟ ਏਰੀਆ ਆਫ ਦ ਸਕੈਲੇਟਨ ਆਰ ਦ ਰਿਬਸ ਐਂਡ ਸਪਾਈਨ ਰਿਜ਼ਲਟਿੰਗ ਇਨ ਚੈਸਟ ਵਾਲ ਔਰ ਬੈਕ ਪੇਨ। ਠੀਕ ਹੈ, ਮੀਨਸ ਮੋਸਟਲੀ ਜਿਹੜੀ ਆਪਣੇ ਕੋਲ ਬੋਨਸ ਇਨਵੋਲਵ ਹੋ ਰਹੀਆਂ ਨੇ ਇਹਦੇ ਵਿੱਚ ਰਿਬਸ ਔਰ ਸਪਾਈਨ ਦੀਆਂ ਬੋਨਸ ਇਨਵੋਲਵ ਹੋ ਰਹੀਆਂ ਨੇ। ਠੀਕ ਹੈ, ਐਜ਼ ਅ ਰਿਜ਼ਲਟ ਕੀ ਹੋਏਗਾ, ਪਰਸਨ ਨੂੰ ਚੈਸਟ ਪੇਨ ਪ੍ਰੈਜੈਂਟ ਹੋਏਗੀ ਔਰ ਬੈਕ ਪੇਨ ਜਿਹੜੀ ਹੈਗੀ ਆ ਉਹ ਪ੍ਰੈਜੈਂਟ ਹੋਏਗੀ। In more advanced myeloma, bone degeneration can cause bone to press a nerve structure on so bone degeneration can cause bone to press on nerve structures resulting in tingling, numbness, burning sensation, loss of function of a limb or joint or even paralysis। ठीक है, ਹੁਣ ਸੈਕਿੰਡ ਕੰਡੀਸ਼ਨ ਕੀ ਆ ਰਹੀ ਆ ਕਿ ਬੋਨ ਡੀਜਨਰੇਸ਼ਨ ਜਿਹੜੀ ਮਾਇਲੋਮਾ ਦੀ ਕੰਡੀਸ਼ਨ ਦੇ ਵਿੱਚ ਇਨਕਰੀਜ਼ ਹੋ ਜਾਏਗੀ।
ਬੋਨ ਡੀਜਨਰੇਸ਼ਨ ਹੋਣ ਕਰਕੇ ਕੀ ਹੋਏਗਾ, ਸਮਟਾਈਮ ਬੋਨ ਦਾ ਸਾਈਜ਼ ਇਨਕਰੀਜ਼ ਹੋਣ ਕਰਕੇ ਕੀ ਹੋ ਰਿਹਾ, ਜਿਹੜੀਆਂ ਨਰਵਸ ਨੇ ਠੀਕ ਹੈ ਨੀਅਰ ਬਾਏ ਨਰਵ ਕੀ ਹੋਣਗੀਆਂ, ਆਪਾਂ ਪਿੱਛੇ ਡਿਸਕਸ ਕੀਤਾ ਸੀ ਕਿ ਸਪਾਈਨਲ ਬੋਨਸ ਜਿਹੜੀਆਂ ਇਨਵੋਲਵ ਹੈਗੀਆਂ ਠੀਕ ਹੈ। ਸੋ ਸਪਾਈਨਲ ਬੋਨਸ ਦੀ ਡੀਜਨਰੇਸ਼ਨ ਹੋਣ ਨਾਲ ਕੀ ਹੋਏਗਾ, ਜਿਹੜੀਆਂ ਨਰਵਸ ਨੇ ਠੀਕ ਹੈ ਉਹ ਨਰਵਸ ਕੀ ਹੋ ਜਾਣਗੀਆਂ, ਪ੍ਰੈਸ ਹੋ ਜਾਣਗੀਆਂ ਠੀਕ ਹੈ। ਸੋ ਨਰਵ ਪ੍ਰੈਸ ਹੋਣ ਨਾਲ ਕੀ ਹੋਏਗਾ, ਪਰਸਨ ਦੇ ਵਿੱਚ ਟਿੰਗਲਿੰਗ ਸੈਂਸੇਸ਼ਨ, ਨਮਨੈਸ, ਬਰਨਿੰਗ ਸੈਂਸੇਸ਼ਨ, ਲੋਸ ਆਫ ਫੰਕਸ਼ਨ ਆਫ ਲਿੰਬ ਔਰ ਜੁਆਇੰਟ ਔਰ ਈਵਨ ਪੈਰਾਲਿਸਿਸ ਦੀ ਜਿਹੜੀ ਕੰਡੀਸ਼ਨ ਹੈਗੀ ਆ ਇਹ ਪੇਸ਼ੈਂਟ ਦੇ ਵਿੱਚ ਪ੍ਰੈਜੈਂਟ ਹੋਣੀ ਹੈ ਠੀਕ ਹੈ। ਸੋ ਨੈਕਸਟ ਆਪਣੇ ਕੋਲ ਆ ਗਿਆ ਹਾਈਪਰ ਕੈਲੇਸੀਮੀਆ ਠੀਕ ਹੈ। ਸੋ ਬੋਨਸ ਦੀ ਡਿਸਟਰਕਸ਼ਨ ਇਨਕਰੀਜ਼ ਹੋਣ ਨਾਲ ਕੀ ਹੋ ਰਿਹਾ, ਬੋਨਸ ਈਜ਼ੀਲੀ ਡਿਸਟਰੋਏ ਹੋ ਰਹੀਆਂ ਨੇ, ਫ੍ਰੈਕਚਰ ਹੋ ਰਿਹਾ ਬੋਨਸ ਦੇ ਵਿੱਚ ਠੀਕ ਹੈ। ਸੋ ਬੋਨ ਦੀ ਬ੍ਰੇਕੇਜ ਨਾਲ ਕੀ ਹੋਏਗਾ, ਜਿਹੜਾ ਕੈਲਸ਼ੀਅਮ ਰਿਲੀਜ਼ ਹੋਏਗਾ ਠੀਕ ਹੈ, ਕੈਲਸ਼ੀਅਮ ਦਾ ਅਮਾਊਂਟ ਜਿਹੜਾ ਹੈਗਾ ਬਲੱਡ ਦੇ ਵਿੱਚ ਇਨਕਰੀਜ਼ ਹੋ ਜਾਏਗਾ, ਤਾਂ ਉਹਦੇ ਕਰਕੇ ਆਪਣੇ ਕੋਲ ਹਾਈਪਰ ਕੈਲੇਸੀਮੀਆ ਦੀ ਕੰਡੀਸ਼ਨ ਜਿਹੜੀ ਕਲਾਇੰਟ ਦੇ ਵਿੱਚ ਪ੍ਰੈਜੈਂਟ ਹੋਏਗੀ। ਐਂਡ ਕਿਡਨੀ ਡੈਮੇਜ, hypercalcemia and kidney damage. So common symptoms include fatigue, nausea, vomiting, loss of appetite, muscle weakness, constipation, decreased urine production, dehydration and increased thirst, restlessness, difficulty in thinking or concentrating and confusion ठीक है। ये सारे symptoms person ਦੇ ਵਿੱਚ present ਹੋਣਗੇ ਠੀਕ ਹੈ। ਹਾਈਪਰ ਕੈਲਸੀਮੀਆ ਐਂਡ ਕਿਡਨੀ ਡੈਮੇਜ ਦੀ ਕੰਡੀਸ਼ਨ ਦੇ ਵਿੱਚ ਯੂਰਿਨ ਆਊਟਪੁੱਟ ਡਿਕਰੀਜ਼ ਹੋ ਜਾਏਗੀ ਠੀਕ ਹੈ, ਪਰਸਨ ਦੇ ਵਿੱਚ ਕੌਨਸਟੀਪੇਸ਼ਨ ਪ੍ਰੈਜੈਂਟ ਹੋਏਗਾ, ਮਸਲ ਵੀਕਨੈਸ ਪ੍ਰੈਜੈਂਟ ਹੋਏਗੀ, ਲੋਸ ਆਫ ਐਪੇਟਾਈਟ ਪ੍ਰੈਜੈਂਟ ਹੋਏਗਾ, ਵੋਮਿਟਿੰਗ ਪ੍ਰੈਜੈਂਟ ਹੋਏਗੀ, ਰੈਸਟਲੈਸਨੈਸ ਪ੍ਰੈਜੈਂਟ ਹੋਏਗੀ ਠੀਕ ਹੈ। ਥਿੰਕਿੰਗ ਔਰ ਕਨਫਿਊਜ਼ਨ ਜਿਹੜੀ ਹੋਏਗੀ ਉਹ ਪਰਸਨ ਦੀ ਆਲਟਰ ਹੋ ਜਾਏਗੀ ਠੀਕ ਹੈ। ਸੋ ਨੈਕਸਟ ਕਲੀਨਿਕਲ ਮੈਨੀਫੈਸਟੇਸ਼ਨ ਇਜ਼ ਹਾਈਪਰ ਵਿਸਕੋਸਿਟੀ ਸਿੰਡਰਮ। ਸੋ ਹਾਈਪਰ ਵਿਸਕੋਸਿਟੀ ਮੀਨਸ ਆਪਾਂ ਕੀ ਡਿਸਕਸ ਕੀਤਾ ਸੀ ਕਿ ਮਾਇਲੋਮਾ ਦੇ ਵਿੱਚ ਐਮ ਪ੍ਰੋਟੀਨ ਦਾ ਅਮਾਊਂਟ ਜਿਹੜਾ ਹੈਗਾ ਉਹ ਜ਼ਿਆਦਾ ਪ੍ਰੋਡਿਊਸ ਹੋ ਰਿਹਾ ਠੀਕ ਹੈ। ਸੋ ਅਬਨੋਰਮਲ ਪਲਾਜ਼ਮਾ ਇਨਕਰੀਜ਼ ਹੋਣ ਨਾਲ ਕੀ ਹੋਏਗਾ, ਜਿਹੜਾ ਬਲੱਡ ਦੀ ਵਿਸਕੋਸਿਟੀ ਹੈਗੀ ਆ ਉਹ ਇਨਕਰੀਜ਼ ਹੋ ਜਾਏਗੀ ਠੀਕ ਹੈ। ਪਲਾਜ਼ਮਾ ਦੀ ਜਿਹੜੀ ਵਿਸਕੋਸਿਟੀ ਇਨਕਰੀਜ਼ ਹੋ ਜਾਏਗੀ ਠੀਕ ਹੈ, ਉਹਨੂੰ ਆਪਾਂ ਕੀ ਬੋਲਦੇ ਹਾਂ, ਹਾਈਪਰ ਵਿਸਕੋਸਿਟੀ ਸਿੰਡਰਮ। ਸੋ ਸਿੰਪਟਮ ਐਸੋਸੀਏਟਿਡ ਵਿਦ ਸਲਜਿੰਗ ਇਨ ਦਾ ਬਲੱਡ ਵੈਸਲਸ may include spontaneous bruising or bleeding, visual problems, neurological problems and shortness of breath or the chest pain ਠੀਕ ਹੈ। ਸੋ ਹਾਈਪਰ ਵਿਸਕੋਸਿਟੀ ਦੇ ਨਾਲ ਕੀ ਹੋ ਰਿਹਾ, ਜਿਹੜੀਆਂ ਬਲੱਡ ਵੈਸਲਸ ਦੇ ਵਿੱਚ ਸਲਜਿੰਗ ਹੋ ਰਹੀ ਹੈ ਠੀਕ ਹੈ। ਸਲਜਿੰਗ ਮੀਨਸ ਜਿਹੜਾ ਐਮ ਪ੍ਰੋਟੀਨ ਦਾ ਅਮਾਊਂਟ ਬਲੱਡ ਦੇ ਵਿੱਚ ਇਨਕਰੀਜ਼ ਹੋ ਰਿਹਾ ਠੀਕ ਹੈ, ਤਾਂ ਉਹ ਅਮਾਊਂਟ ਇਨਕਰੀਜ਼ ਹੋਣ ਨਾਲ ਕੀ ਹੋਏਗਾ, ਬਲੱਡ ਦੇ ਜਿਹੜੇ ਨੋਰਮਲ ਸੈਲਸ ਨੇ ਉਹਨਾਂ ਦਾ ਕਾਊਂਟ ਕੀ ਹੋ ਜਾਏਗਾ, ਡਿਕਰੀਜ਼ ਹੋ ਜਾਏਗਾ। ਨੋਰਮਲ ਕਾਊਂਟ ਡਿਕਰੀਜ਼ ਹੋਣ ਨਾਲ ਕੀ ਹੋਏਗਾ, ਲਾਈਕ ਅਗਰ ਆਰਬੀਸੀਜ਼ ਦਾ ਅਮਾਊਂਟ ਡਿਕਰੀਜ਼ ਹੋ ਰਿਹਾ ਤਾਂ ਓਬਵੀਅਸਲੀ ਹੀਮੋਗਲੋਬਿਨ ਦਾ ਅਮਾਊਂਟ ਵੀ ਡਿਕਰੀਜ਼ ਹੋਏਗਾ, ਆਕਸੀਜਨ ਕੈਰੀ ਕੈਪੈਸਿਟੀ ਡਿਕਰੀਜ਼ ਹੋਏਗੀ ਠੀਕ ਹੈ। ਤਾਂ ਉਹਦੇ ਨਾਲ ਕੀ ਹੋਏਗਾ, ਸ਼ਾਰਟਨੈਸ ਆਫ ਬ੍ਰੈਥ ਠੀਕ ਹੈ, ਚੈਸਟ ਪੇਨ ਹੋ ਗਿਆ ਠੀਕ ਹੈ, ਹੋਰ ਜਿਹੜੀਆਂ ਐਸੋਸੀਏਟਿਡ ਪ੍ਰੋਬਲਮਸ ਨੇ ਉਹ ਅਰਾਈਜ਼ ਹੋਣੀਆਂ ਸਟਾਰਟ ਹੋ ਜਾਣਗੀਆਂ। ਸੋ ਨੈਕਸਟ ਆ ਗਿਆ ਆਪਣੇ ਕੋਲ ਲੋ ਬਲੱਡ ਸੈੱਲ ਕਾਊਂਟ ਠੀਕ ਹੈ। ਸੋ ਲੋ ਬਲੱਡ ਸੈੱਲ ਕਾਊਂਟ ਹੋਣ ਨਾਲ ਕੀ ਹੋਏਗਾ, ਅਨੀਮੀਆ ਦੀ ਕੰਡੀਸ਼ਨ ਪ੍ਰੈਜੈਂਟ ਹੋਏਗੀ ਠੀਕ ਹੈ। ਸਿੰਪਟਮ ਇਨਕਲੂਡ ਫਟੀਗ, paleness and mild shortness of breath. Low white blood cell count symptom include increased frequency of and susceptibility of infection. Next, low platelet count symptom include spontaneous bruising, bleeding or tiny red spots on the skin caused by a slowed or unproductive blood clotting. So bleeding can also be internal. Undetected bleeding may occur in the brain or digestive tract. Next आ गया क्रायोग्लोबुलिमिया ओके। क्रायोग्लोबुलिमिया, क्रायोग्लोबिन की है अपने कोल मीनस अपने कोल प्रोटीन हैगा क्रायोग्लोबिन ठीक है, ਜਿਹੜਾ ਮੀਨਸ ਮਾਇਲੋਮਾ ਦੇ ਵਿੱਚ ਕੀ ਹੋਏਗਾ, ਜਿਹੜਾ ਪ੍ਰੋਟੀਨ ਦਾ ਅਮਾਊਂਟ ਹੈਗਾ ਬਲੱਡ ਦੇ ਵਿੱਚ ਇਨਕਰੀਜ਼ ਹੋ ਜਾਏਗਾ ਠੀਕ ਹੈ। ਸੋ ਕ੍ਰਾਇਓਗਲੋਬਿਨੀਮੀਆ the usual symptoms are increased sensitivity to cold and or pain and numbness in the fingers and toes during cold weather ਠੀਕ ਹੈ। ਤਾਂ ਹੁਣ ਬਲੱਡ ਦੇ ਵਿੱਚ ਕੀ ਹੋਏਗਾ, ਜਿਹੜਾ ਆਪਣੇ ਕੋਲ ਪਲਾਜ਼ਮਾ ਪ੍ਰੋਟੀਨ ਹੈਗਾ ਠੀਕ ਹੈ। ਸੋ ਪਲਾਜ਼ਮਾ ਪ੍ਰੋਟੀਨ ਬਲੱਡ ਦੇ ਵਿੱਚ ਇਨਕਰੀਜ਼ ਹੋਣ ਨਾਲ ਕੀ ਹੋਏਗਾ, ਪ੍ਰੋਪਰ ਬਲੱਡ ਸਪਲਾਈ ਨਹੀਂ ਹੋ ਰਹੀ ਹੈ ਠੀਕ ਹੈ ਪੈਰੀਫਰਲ ਪਾਰਟਸ ਨੂੰ ਠੀਕ ਹੈ। ਤਾਂ ਉਹਦੇ ਕਰਕੇ ਕੀ ਹੋਏਗਾ, ਨਮਨੈਸ ਪ੍ਰੈਜੈਂਟ ਹੋਏਗੀ ਇਨ ਦਾ ਫਿੰਗਰ ਐਂਡ ਟੋਸ ਡਿਊਰਿੰਗ ਦਾ ਕੋਲਡ ਸੀਜ਼ਨ ਔਰ ਪਰਸਨ ਈਜ਼ੀਲੀ ਉਹਨੂੰ ਜਿਹੜਾ ਹੈਗਾ ਕੋਲਡ ਹੋਏਗਾ ਠੀਕ ਹੈ। ਸੋ ਨੈਕਸਟ ਆ ਗਿਆ ਆਪਣੇ ਕੋਲ
ਅਮਾਈਲੋਇਡੋਸਿਸ, ਠੀਕ ਹੈ। ਮੀਨਸ ਅਮਾਈਲੋਇਡ ਜਿਹੜਾ ਹੈਗਾ ਉਹਦਾ ਅਮਾਊਂਟ ਬੋਡੀ ਦੇ ਵਿੱਚ ਇਨਕਰੀਜ਼ ਹੋ ਜਾਏਗਾ, ਠੀਕ ਹੈ। ਮੀਨਸ ਪ੍ਰੋਟੀਨ ਦਾ ਲੈਵਲ ਇਨਕਰੀਜ਼ ਹੋਣ ਕਰਕੇ ਅਮਾਈਲੋਡੋਸਿਸ ਦੀ ਜਿਹੜੀ ਕੰਡੀਸ਼ਨ ਆ ਉਹ ਪ੍ਰੈਜੈਂਟ ਹੋਏਗੀ ਪਰਸਨ ਦੇ ਵਿੱਚ। ਦਾ ਸਿਮਟਮ ਆਰ ਰਿਲੇਟਿਡ ਟੂ ਮੈਲ ਫੰਕਸ਼ਨ ਔਰ failure of organ or structure infiltrated by amyloid deposit. These symptoms include problems such as heart failure, liver failure, kidney failure and blood vessel damage, ठीक है। सो ब्लड ਦੇ ਵਿੱਚ ਜਿਹੜਾ ਪ੍ਰੋਟੀਨ ਜ਼ਿਆਦਾ ਅਕਮੂਲੇਟ ਹੋਣ ਕਰਕੇ ਕੀ ਹੋਏਗਾ, ਪ੍ਰੋਪਰ ਬਲੱਡ ਸਪਲਾਈ ਨਹੀਂ ਹੋਏਗੀ, ਠੀਕ ਹੈ, ਵਾਈਟਲ ਆਰਗਨਸ ਨੂੰ, ਲਾਈਕ ਲੀਵਰ ਫੇਲੀਅਰ, ਕਿਡਨੀ ਫੇਲੀਅਰ ਔਰ ਬਲੱਡ ਵੈਸਲ ਡੈਮੇਜ ਹੋਣ ਦੇ ਚਾਂਸਿਸ ਜਿਹੜੇ ਹੈਗੇ ਆ ਉਹ ਇਨਕਰੀਜ਼ ਹੋ ਜਾਂਦੇ ਆ, ਠੀਕ ਹੈ। ਸੋ ਥੀਜ਼ ਆਰ ਦ ਕਲੀਨਿਕਲ ਮੈਨੀਫੈਸਟੇਸ਼ਨ ਆਫ ਮਾਇਲੋਮਾ। ਨੈਕਸਟ ਇਜ਼ ਡਾਇਗਨੋਸਟਿਕ evaluation. So in diagnostic evaluation ਆਪਾਂ ਫਸਟ ਪਰਸਨ ਦਾ ਕੀ ਕਰਨਾ, ਬਲੱਡ ਐਂਡ ਯੂਰਿਨ ਟੈਸਟ ਕਰਵਾਉਣੇ ਆ, ਠੀਕ ਹੈ। ਬਲੱਡ ਔਰ ਯੂਰਿਨ ਟੈਸਟ ਦੇ ਅੰਡਰ ਆਪਣੇ ਕੋਲ ਫਸਟ ਆ ਜਾਏਗਾ CBC ਕਾਊਂਟ, ਠੀਕ ਹੈ। ਮੀਨਸ ਕੰਪਲੀਟ ਬਲੱਡ ਕਾਊਂਟ ਕਰਵਾਉਣਾ ਪੇਸ਼ੈਂਟ ਦਾ। ਸੋ ਇਨ ਮਾਇਲੋਮਾ ਸੈਲਸ ਮਾਇਲੋਮਾ ਸੈਲਸ ਆਰ ਦਾ ਅਬਨੋਰਮਲ ਪਲਾਜ਼ਮਾ ਸੈਲਸ that prevent the normal blood cells from developing in bone marrow. To detect the shortage of these cells in the blood which may lead to anemia. So CBC count ਦੇ ਵਿੱਚ ਆਪਾਂ ਕੀ ਕਰਨਾ, ਕਿਉਂਕਿ ਮਾਇਲੋਮਾ ਸੈਲਸ ਕੀ ਅਬਨੋਰਮਲ ਪਲਾਜ਼ਮਾ ਸੈਲਸ ਹੈਗੇ, ਠੀਕ ਹੈ। ਸੋ ਅਬਨੋਰਮਲ ਮਾਇਲੋਮਾ ਸੈਲਸ ਪ੍ਰੋਡਕਸ਼ਨ ਹੋਣ ਕਰਕੇ ਕੀ ਹੋਏਗਾ, ਬੋਨ ਮੈਰੋ ਦੇ ਵਿੱਚ ਨਾਰਮਲ ਬਲੱਡ ਸੈਲ ਦੀ ਪ੍ਰੋਡਕਸ਼ਨ ਜਿਹੜੀ ਹੈਗੀ ਆ ਉਹ ਡਿਕਰੀਜ਼ ਹੋ ਜਾਏਗੀ, ਠੀਕ ਹੈ। ਸੋ ਨਾਰਮਲ ਬਲੱਡ ਸੈਲ ਕਾਊਂਟ ਚੈੱਕ ਕਰਨ ਲਈ ਆਪਾਂ ਪਰਸਨ ਦਾ CBC ਕਾਊਂਟ ਜਿਹੜਾ ਹੈਗਾ ਉਹ ਪਰਫੋਰਮ ਕਰਵਾਉਣਾ। ਸੋ ਨੈਕਸਟ ਆਪਣੇ ਕੋਲ ਆ ਗਿਆ WBC ਵਾਈਟ ਬਲੱਡ ਸੈਲ ਡਿਫਰੈਂਸ਼ੀਅਲ, ਓਕੇ। WBC ਡਿਫਰੈਂਸ਼ੀਅਲ, ਠੀਕ ਹੈ। ਇਹਦੇ ਵਿੱਚ ਆਪਾਂ ਕੀ ਕਰਨਾ, WBCs ਦਾ ਅਮਾਊਂਟ ਦੇਖਣਾ, ਠੀਕ ਹੈ। ਸੋ ਫਸਟ ਆਪਣੇ ਕੋਲ ਆ ਗਿਆ ਨਿਊਟ੍ਰੋਫਿਲ, ਠੀਕ ਹੈ। ਸੋ ਨਿਊਟ੍ਰੋਫਿਲ ਦਾ ਨਾਰਮਲ ਅਮਾਊਂਟ ਕਿੰਨਾ ਹੁੰਦਾ, 2500 to 8000 per mm cube, ਮੀਨਸ 55 to 70% ਜਿਹੜੇ ਆਪਣੇ ਕੋਲ ਨਿਊਟ੍ਰੋਫਿਲਸ ਪ੍ਰੈਜੈਂਟ ਹੁੰਦੇ ਆ, ਠੀਕ ਹੈ, ਨਾਰਮਲੀ। ਸੋ ਲਿੰਫੋਸਾਈਟਸ ਦਾ ਨਾਰਮਲ ਕਾਊਂਟ ਕਿੰਨਾ ਆ ਗਿਆ, 1000 to 4000 per mm cube, that is 20 to 40%. Monocyte 100 to 700 per mm cube, that is 2 to 8%. Eosinophil 50 to 500 per mm cube, means 1 to 4%. Basophils 25 to 100 per mm cube, means 0.5 to 1%, ठीक है। ये अपने को आ गया WBC डिफरेंशियल काउंट, ठीक है। मीनस डिफरेंट WBCs का जोड़ा हैगा आपां नॉर्मल अमाउंट जोड़ा हैगा वो नॉर्मल काउंट असेस करना, ठीक है। लिम्फोमा माइलोमा की कंडीशन दे विच। नैक्सट अपने को आ गया ब्लड कैमिस्ट्री पैनल। सो ब्लड कैमिस्ट्री पैनल टू डिटेक्ट द M प्रोटीन इन द ब्लड, ठीक है। M प्रोटीन मीनस एंटीबॉडी मोनोकोलनल इम्यूनोग्लोबिन, ठीक है। मीनस आपां ब्लड दे विच एंटीबॉडी मोनोकोलन इम्यूनोग्लोबिन का अमाउंट जोड़ा हैगा वो डिटेक्ट करना है। नैक्सट अपने को आ गया इम्यूनोग्लोबिन लैवल, ठीक है। सो इम्यूनोग्लोबिन लैवल आर मेजर टू हैल्प चेक द अमाउंट ऑफ एंटीबॉडी लैवल इन द ब्लड। सो दीज एंटीबॉडीज़ कि एंटीबॉडीज़ आप डिटेक्ट कर रहे हैं इम्यूनोग्लोबिन G, इम्यूनोग्लोबिन A एंड इम्यूनोग्लोबिन M, ठीक है। सो ਮਾਇਲੋਮਾ ਦੇ ਵਿੱਚ ਕੀ ਹੋ ਰਿਹਾ, ਜਿਹੜਾ ਮਾਇਲੋਮਾ ਕੈਂਸਰ ਹੈਗਾ ਇਹਦੇ ਵਿੱਚ ਪ੍ਰੋਟੀਨ ਲੈਵਲ ਜਿਹੜਾ ਹਮੇਸ਼ਾ ਹੋਏਗਾ ਪਰਸਨ ਦਾ ਉਹ ਇਨਕਰੀਜ਼ ਹੋਏਗਾ, ਔਰ ਜਿਹੜਾ ਨੋਰਮਲ ਐਂਟੀਬੋਡੀ ਲੈਵਲ ਹੋਏਗਾ ਪਰਸਨ ਦਾ ਉਹ ਲੋ ਹੋਏਗਾ, ਠੀਕ ਹੈ। ਸੋ ਨੈਕਸਟ ਆਪਣੇ ਕੋਲ ਆ ਗਿਆ ਸੀਰਮ ਪ੍ਰੋਟੀਨ ਇਲੈਕਟ੍ਰੋਫੋਰੇਸਿਸ, ਠੀਕ ਹੈ। ਸੀਰਮ ਪ੍ਰੋਟੀਨ ਇਲੈਕਟ੍ਰੋਫੋਰੇਸਿਸ। ਸੋ ਇਹਦੇ ਵਿੱਚ ਆਪਾਂ ਕੀ ਕਰਦੇ ਹਾਂ, ਇਸ 'ਚ ਵੀ ਸੇਮ ਮੀਨਸ ਮਲਟੀਪਲ ਮਾਇਲੋਮਾ ਦੀ ਕੰਡੀਸ਼ਨ ਦੇ ਵਿੱਚ ਜਿਹੜਾ ਆਪਣੇ ਕੋਲ ਕੰਡੀਸ਼ਨ ਇਸ ਕੰਡੀਸ਼ਨ ਦੇ ਵਿੱਚ ਕੀ ਹੋ ਰਿਹਾ, M ਪ੍ਰੋਟੀਨ ਜਿਹੜਾ ਹੈਗਾ ਉਹ ਇਨਕਰੀਜ਼ ਹੋਏਗਾ, ਠੀਕ ਹੈ। ਸੋ ਸੀਰਮ ਪ੍ਰੋਟੀਨ ਇਲੈਕਟ੍ਰੋਫੋਰੇਸਿਸ ਦੇ ਵਿੱਚ ਆਪਾਂ ਕੀ ਕਰਦੇ ਹਾਂ, M ਪ੍ਰੋਟੀਨ ਦਾ ਅਮਾਊਂਟ ਜਿਹੜਾ ਹੈਗਾ ਉਹ ਅਸੈਸ ਕਰਦਾ, ਔਰ ਮਲਟੀਪਲ ਮਾਇਲੋਮਾ ਦੀ ਕੰਡੀਸ਼ਨ ਦੇ ਵਿੱਚ ਕੀ ਹੋਏਗਾ, M ਪ੍ਰੋਟੀਨ ਦਾ ਅਮਾਊਂਟ ਜਿਹੜਾ ਹੈਗਾ ਉਹ ਆਪਣੇ ਕੋਲ ਸੀਰਮ ਪ੍ਰੋਟੀਨ ਲੈਵਲ ਪਰਸਨ ਦਾ ਇਨਕਰੀਜ਼ ਆਏਗਾ। ਨੈਕਸਟ ਹੈਗਾ ਯੂਰਿਨ ਪ੍ਰੋਟੀਨ ਇਲੈਕਟ੍ਰੋਫੋਰੇਸਿਸ। ਸੇਮ ਇਹਦੇ ਵਿੱਚ ਵੀ ਆਪਾਂ ਕੀ ਕਰਨਾ, ਪਹਿਲਾਂ ਆਪਾਂ ਪ੍ਰੋਟੀਨ ਦੇ ਵਿੱਚ ਅਸੈਸ ਕੀਤਾ ਸੀ M ਪ੍ਰੋਟੀਨ ਦਾ ਲੈਵਲ, ਠੀਕ ਹੈ। ਯੂਰਿਨ ਪ੍ਰੋਟੀਨ ਇਲੈਕਟ੍ਰੋਫੋਰੇਸਿਸ ਦੇ ਵਿੱਚ ਆਪਾਂ ਕੀ ਕਰਦੇ ਹਾਂ, ਯੂਰਿਨ ਦੇ ਵਿੱਚ M ਪ੍ਰੋਟੀਨ ਦਾ ਅਮਾਊਂਟ ਜਿਹੜਾ ਹੈਗਾ ਉਹ ਡਿਟੈਕਟ ਕਰਨਾ। ਨੈਕਸਟ ਆਪਣੇ ਕੋਲ ਆ ਗਿਆ 24 ਆਰ ਯੂਰਿਨ ਟੈਸਟ, ਠੀਕ ਹੈ। ਸੋ 24 ਆਰ ਯੂਰਿਨ ਕਲੈਕਸ਼ਨ ਮੈਜਰ ਦਾ total amount of
Benz Jones protein ਰਿਲੇਟਡ ਟੂ ਦਾ ਅਮਾਊਂਟ ਆਫ ਦਾ ਟਿਊਮਰ ਡੈਟ ਇਜ਼ ਪ੍ਰੈਜ਼ੈਂਟ। ਠੀਕ ਹੈ, ਹੁਣ 24 ਆਰ ਯੂਰਿਨ ਟੈਸਟ ਜਿਹੜਾ ਹੈਗਾ, ਠੀਕ ਹੈ, ਇਹਦੇ ਵਿੱਚ ਕੀ ਕਰਦੇ ਹਾਂ ਆਪਾਂ, ਯੂਰਿਨ ਲੈ ਲੈਂਦੇ ਹਾਂ ਪਰਸਨ ਦਾ, ਠੀਕ ਹੈ, ਸੈਂਪਲ, ਤਾਂ ਉਹਨੂੰ ਕੀ ਕਰਦੇ ਹਾਂ ਆਫਟਰ 24 ਆਰ ਆਪਾਂ ਕੀ ਕਰਨਾ, ਉਹਦੇ ਵਿੱਚ ਬੈਂਸ ਜੋਨ ਪ੍ਰੋਟੀਨ ਦਾ ਅਮਾਊਂਟ ਜਿਹੜਾ ਹੈਗਾ ਉਹ ਚੈੱਕ ਕਰਨਾ। ਠੀਕ ਹੈ, ਸੋ ਵਟ ਇਜ਼ ਬੈਂਸ ਜੋਨ ਪ੍ਰੋਟੀਨ? ਸੋ ਬੈਂਸ ਜੋਨ ਪ੍ਰੋਟੀਨ इज़ अ मोनोकोलन ग्लोबुलिन प्रोटीन, ठीक है, और इम्यूनोग्लोबिन लाइट चेन दैट फाउंड इन यूरिन। ठीक है, सो 24 आर यूरिन कलैक्शन ਦੇ ਵਿੱਚ ਆਪਾਂ ਕੀ ਅਸੈਸ ਕਰਨਾ, ਆਪਾਂ ਕਿਸ ਚੀਜ਼ ਦਾ ਅਮਾਊਂਟ ਅਸੈਸ ਕਰਨਾ, ਬੈਂਸ ਜੋਨ ਪ੍ਰੋਟੀਨ ਦਾ ਅਮਾਊਂਟ ਜਿਹੜਾ ਹੈਗਾ ਆਪਾਂ 24 ਆਰ ਯੂਰਿਨ ਟੈਸਟ ਦੇ ਵਿੱਚ ਅਸੈਸ ਕਰਨਾ। ਸੋ ਬੈਂਸ ਜੋਨ ਪ੍ਰੋਟੀਨ ਕੀ ਹੈ? ਇਟ ਇਜ਼ ਅ ਮੋਨੋਕੋਨਲ ਇਮਿਊਨੋਗਲੋबिन और immunoglobulin light chain that found in urine। ठीक है, सो दिस इज़ अ 24 आर यूरिन टेस्ट। ठीक है, सो किहड़े टैसट परफॉर्म करवाए आप? ब्लड और यूरिन टैसट के अंदर फर्स्ट आप किया CBC काउंट, दैन WBC डिफरेंशियल। ठीक है, नैक्सट उस तो बाद ब्लड कैमिस्ट्री पैनल चैक किया आप, इम्यूनोग्लोबिन लैवल, दैन सीरम प्रोटीन इलैक्ट्रोफोरेसिस, यूरिन प्रोटीन इलैक्ट्रोफोरेसिस, 24 आर यूरिन टैसट। ठीक है, उस तो बाद आप परफॉर्म करवाना परसन का बोन मैरो एग्जामिनेशन। ठीक है, सो डॉक्टर में ऑल्सो कंडक्ट अ बोन मैरो एग्जामिनेशन बाय यूजिंग अ नीडल to remove a small sample of bone marrow tissue. The sample is then examined under microscope to check the myeloma cells। ठीक है, सो बोन मैरो एग्जामिनेशन ਦੇ ਵਿੱਚ ਕੀ ਕਰਨਾ ਆਪਾਂ, बोन मैरो ਦੇ ਵਿੱਚੋਂ बोन मैरो टिश्यूज़ ਦਾ small sample ਲੈਣਾ। ठीक है, सो अंडर माइक्रोस्कोप फिर ਆਪਾਂ ਕੀ करना, मायलोमा सैल्स ਦਾ ਜਿਹੜਾ काउंट ਹੈਗਾ ਉਹ एग्जामिन करना। नैक्सट टैसट इज़ इमेजिंग प्रोसीजर। सो इमेजिंग प्रोसीजर ਦੇ ਵਿੱਚ ਆਪਾਂ ਕੀ ਕਰਨਾ, इट इज़ अ एक्सरे ऑफ द skeleton can show whether the bones have any thinned out areas common in multiple myeloma। If a closer view of bones is necessary, doctor may use MRI, CD scanning or positron emission tomography scanning। ठीक है, सो मल्टीपल मायलोमा की कंडीशन ਦੇ ਵਿੱਚ ਕੀ ਹੋ ਰਿਹਾ, ਜੇ ਆਪਾਂ ਪਿੱਛੇ ਡਿਸਕਸ ਕੀਤਾ ਸੀ ਕਿ ਜਿਹੜਾ ਐਮ ਪ੍ਰੋਟੀਨ ਆ ਉਹ ਕੀ ਕਰਦਾ, ਬੋਨਸ ਦੀ ਜਿਹੜੀ ਆਊਟਰ ਲੇਅਰ ਆ ਉਹਨੂੰ ਕੀ ਕਰਦਾ, ਉਹ ਡਿਸਟਰੋਏ ਕਰ ਦਿੰਦਾ। ਠੀਕ ਹੈ, ਸੋ ਬੋਨਸ ਦੀ ਡਿਸਟਰਕਸ਼ਨ ਨੂੰ ਅਸੈਸ ਕਰਨ ਲਈ, ਠੀਕ ਹੈ, ਆਪਾਂ ਜਿਹੜੇ ਇਮੇਜਿੰਗ ਟੈਸਟ ਹੈਗੇ ਆ ਉਹ ਪਰਫੋਰਮ ਕਰਵਾਉਂਦੇ ਆ, ਸੱਚ ਐਜ਼ MRI, CT ਸਕੈਨ, ਪੋਜ਼ੀਟ੍ਰੋਨ ਇਮੀਸ਼ਨ ਟੋਮੋਗ੍ਰਾਫੀ। ਠੀਕ ਹੈ, ਐਕਸਰੇ, ਇਹ ਸਾਰੇ ਟੈਸਟ ਆਪਾਂ ਪਰਫੋਰਮ ਕਰਵਾਉਣੇ ਆ ਪਰਸਨ ਦੇ। ਠੀਕ ਹੈ, बोन का नॉर्मल स्ट्रक्चर चेक करने लई। ठीक है, सो दैट्स ऑल अबाउट डायग्नोस्टिक इवेल्युएशन। सो नेक्स्ट इज मेडिकल मैनेजमेंट। सो मायलोमा इज रेयरली क्योरेबल बट इट इज़ ट्रीटेबल। Treatment can be very effective at controlling symptom and stopping the development of the disease। So treatment will be started if the myeloma begins to get worse or if symptoms occurs। So first ਲਈ ਆਪਾਂ ਕੀ ਕਰਨਾ ਮੈਡੀਕਲ ਮੈਨੇਜਮੈਂਟ ਦੇ ਵਿੱਚ, ਕੀਮੋਥੈਰੇਪੀ। ਸੋ ਕੀਮੋਥੈਰੇਪੀ usually combined with the steroids। So is the main treatment for, it is the main treatment for the myeloma। Some studies are using chemotherapy together with other drugs including biphosphonates and thalidomide drug। ठीक है, सो कीमोथैरेपी ਦੇ ਵਿੱਚ ਆਪਾਂ ਕੀ ਕਰਦੇ ਹਾਂ, ਸਟੀਰੋਇਡਸ ਐਡ ਕਰਨੇ ਆ। ਠੀਕ ਹੈ, ਕੀਮੋਥੈਰੇਪੀ ਦੇ ਨਾਲ। ਠੀਕ ਹੈ, और एग्जाम्पल ਇਹਦੀਆਂ ਆਈਆਂ ਬਾਇਫੋਸਫੋਨੇਟਸ ਐਂਡ ਥੈਲੋਮਾइड ड्रग्स। नैक्सट अपने को आ गया, some people may benefit from high dose chemotherapy। So for the treatment, some of the blood stem cells are removed before the high dose chemotherapy। ठीक है, सो हाई डोज कीमोथैरेपी देने तो पहला की करते हैं, सम स्टेम सेल्स जोड़े है आप रिमूव कर देने एंड आर गिवन बैक थ्रू अ ड्रिप आफ्टर द ट्रीटमेंट। ठीक है, फिर आफ्टर ट्रीटमेंट आप की करने दोबारा रीइम्प्लांट कर देने हैं। ठीक है, सो दिस इज़ नोन एज हाई डोज ट्रीटमेंट विद द स्टेम सेल सपोर्ट and can help some people to stay in the remission
but it is an intensive treatment that is not suitable for everyone. ठीक है, so this is a intensive treatment हैगा, ठीक है, ਜਿਹੜਾ means हर person ਤੇ ਆਪਾਂ try नहीं कर सकते, ठीक है। so after chemotherapy interferon or steroids may be used to help keep the myeloma in remission. This is known as maintenance treatment, ठीक है। आफ्टर कीमोथैरेपी ਆਪਾਂ ਪਰਸਨ ਨੂੰ ਇੰਟਰਫੇਰੋਨਸ ਔਰ ਸਟੀਰੋਇਡਸ ਯੂਜ਼ ਕਰਦੇ ਹਾਂ, ਠੀਕ ਹੈ, ਟੂ ਜਿਹੜੀ ਟ੍ਰੀਟਮੈਂਟ ਨੂੰ ਮੇਨਟੇਨੈਂਸ ਕਰਨ ਲਈ, ਠੀਕ ਹੈ, ਦੁਬਾਰਾ ਰੀਮਿਸ਼ਨ ਉਹਦੀ ਨਾ ਹੋਵੇ, ਠੀਕ ਹੈ। ਨੈਕਸਟ ਆ ਗਿਆ ਥਾਈਲੋਮਾਈਡ has recently been found to be effective in controlling myeloma that has come back after chemotherapy. The thalidomide is also being tested as an initial treatment and as maintenance treatment. Other drugs that may be used to treat the people whose myeloma has come back after initial treatment are bortezomib, Velcade and lanidomide, Revlimid drug, ठीक है। सो नैक्सट ਆਪਾਂ ਪਰਸਨ ਨੂੰ ਕੀ ਦੇਣਾ, ਥਾਈਲੋਮਾਈਡ ਦੇਣਾ, ਠੀਕ ਹੈ, ਮਾਇਲੋਮਾ ਦੇ ਕੰਟਰੋਲ ਕਰਨ ਲਈ, ਠੀਕ ਹੈ। ਮੀਨਸ ਜਿਹੜਾ ਆਫਟਰ ਕੀਮੋਥੈਰੇਪੀ ਤੋਂ ਬਾਅਦ ਦੁਬਾਰਾ ਰਿਮਿਸ਼ਨ ਹੋ ਰਹੀ ਹੈ ਅਗਰ ਮਾਇਲੋਮਾ ਦੀ, ਤਾਂ ਉਸ ਕੰਡੀਸ਼ਨ ਦੇ ਵਿੱਚ ਆਪਾਂ ਥਾਈਲੋਮਾਈਡ ਡਰਗ ਜਿਹੜੀ ਹੈਗੀ ਆ ਪਰਸਨ ਨੂੰ ਦੇਣੀ ਹੈ, ਠੀਕ ਹੈ। सो इन इनिशियल ट्रीटमेंट और मेनटेनेंस ट्रीट मीनस थैलोमाइड ड्रग देनी है, ठीक है। आफ्टर दैट आप की करना पेशेंट नू कि दोबारा रिमिशन ना होवे, ठीक है, दोबारा ट्रीटमेंट आप परसन देना ਉਹਦੇ ਵਿੱਚ बोरिटोजोमिब और लैनिडोमाइड ड्रग ਜਿਹੜੀ ਹੈਗੀਆਂ पेशेंट ਨੂੰ ਉਹ ਦੇਣੀਆਂ ਨੇ, ठीक है। सो नैक्सट है ड्रग नोन एज बायोफॉस्फोनेट्स आर कॉमनली यूज टू रिड्यूस बोन डैमेज caused by the myeloma and to help bones to heal। ਉਸ ਤੋਂ ਬਾਅਦ ਆਪਾਂ ਪੇਸ਼ੈਂਟ ਨੂੰ ਬਾਇਓਫੋਸਫੋਨੇਟ ਡਰਗ ਜਿਹੜੀ ਹੈਗੀ ਆ ਉਹ ਪ੍ਰਸਕ੍ਰਾਈਬ ਕਰਨੀ ਹੈ ਬੋਨਸ ਨੂੰ ਹੀਲ ਕਰਨ ਲਈ, ਠੀਕ ਹੈ। they are also very helpful in lowering raised calcium level in the blood. They can be given alongside chemotherapy or after chemotherapy has finished. They may also be given to help prevent bone damage from occurring, ठीक है। सो बायोफॉस्फोनेट ਆਪਾਂ ਬੋਨ ਡੈਮੇਜ ਨੂੰ ਪ੍ਰੀਵੈਂਟ ਕਰਨ ਲਈ ਦੇਣਾ ਪਰਸਨ ਨੂੰ, ਠੀਕ ਹੈ। ਆਫਟਰ ਕੀਮੋਥੈਰੇਪੀ ਵੀ ਦੇ ਸਕਦੇ ਹਾਂ ਔਰ ਵਿਦ ਕੀਮੋਥੈਰੇਪੀ ਵੀ ਦੇ ਸਕਦੇ ਹਾਂ। ਨੈਕਸਟ ਹੈਗਾ ਰੇਡੀਓਥੈਰੇਪੀ may be used to strengthen the bone and reduce pain in affected areas. So surgery may also occasionally be used to strengthen weakened bones to prevent fracture or rarely to remove area of the myeloma that are pressing on part of the body such as the spinal cord, ठीक है। सो ਸਰਜਰੀ ਦੇ ਵਿੱਚ ਆਪਾਂ ਕੀ ਕਰਨਾ, ਮੀਨਸ ਬੋਨ ਨੂੰ ਰੀਸ਼ੇਪ ਰੀਮੋਲਡਿੰਗ ਦੇਣ ਲਈ ਵੀ ਆਪਾਂ ਯੂਜ਼ ਕਰਦੇ ਹਾਂ ਸਰਜਰੀ, ਠੀਕ ਹੈ। ਦੂਸਰਾ ਅਗਰ ਬੋਨ ਡੀਜਨਰੇਸ਼ਨ ਹੋ ਰਹੀ ਹੈ ਲਾਈਕ ਸਪਾਈਨਲ ਕੋਰਡ ਡੀਜਨਰੇਸ਼ਨ ਹੋ ਰਹੀ ਹੈ ਤਾਂ ਉਸ ਕੰਡੀਸ਼ਨ ਦੇ ਵਿੱਚ ਆਪਾਂ ਡੀਜਨਰੇਸ਼ਨ ਨੂੰ ਕੰਟਰੋਲ ਕਰਨ ਲਈ ਪ੍ਰੀਵੈਂਟ ਕਰਨ ਲਈ ਆਪਾਂ ਜਿਹੜਾ ਹੈਗਾ ਸਰਜਰੀ ਪਰਸਨ ਨੂੰ ਕਰ ਸਕਦੇ ਹਾਂ ਸਰਜਰੀ, ਠੀਕ ਹੈ। ਸੋ ਦੈਟਸ ਆਲ ਅਬਾਊਟ ਮੈਡੀਕਲ ਮੈਨੇਜਮੈਂਟ, ਠੀਕ ਹੈ। ਸੋ ਨੈਕਸਟ ਆ ਗਿਆ ਆਲਟਰਨੇਟਿਵ medicines. So in alternative medicine, while no alternative therapies have been specifically approved for the treatment of the multiple myeloma, the following approaches have been found useful for the cancer related problems. First are relaxation technique. These approach refocus attention of something calming and soothe mind and relax body. The practice such as meditation, yoga and tai chi may help reduce stress and ease the symptoms and side effects of the cancer and its symptoms. ਸੋ ਰਿਲੈਕਸੇਸ਼ਨ ਥੈਰੇਪੀ ਦੇ ਵਿੱਚ ਆਪਣੇ ਕੋਲ ਯੋਗਾ ਮੈਡੀਟੇਸ਼ਨ ਆ ਗਿਆ, ਠੀਕ ਹੈ। ਇਹਦੇ ਨਾਲ ਕੀ ਹੋਏਗਾ, ਪਰਸਨ ਨੂੰ ਰਿਲੈਕਸ ਫੀਲ ਹੋਏਗਾ, ਠੀਕ ਹੈ, ਔਰ ਜਿਹੜੇ ਸਿੰਪਟਮਸ ਹੈਗੇ ਆ ਉਹਨਾਂ ਤੋਂ ਰਿਲੀਫ ਮਿਲੇਗਾ। ਨੈਕਸਟ ਹੈਗਾ ਮਸਾਜ ਥੈਰੇਪੀ। So massage may reduce pain, stress and depression and help ease fatigue, anxiety and reduce nausea related to cancer and its treatment. Next again acupuncture. So studies have found that acupuncture may relieve nausea and vomiting related to chemotherapy treatment and may also reduce pain from surgery. So this therapy
also may improve fatigue related to cancer treatment. Next is biofeedback. This mind body therapy uses monitoring devices that beep or flash when body is sending cues that pain is on the way. Next आ गया aromatherapy. So in aromatherapy, the fragrant oils may improve mood and help relieve stress and nausea. सो सम फ्रैगनेंट ऑयल्स ਆਪਾਂ ਇਸ ਕੰਡੀਸ਼ਨ ਦੇ ਵਿੱਚ ਇਸ ਥੈਰੇਪੀ 'ਚ ਯੂਜ਼ ਕਰਦੇ ਹਾਂ, ਠੀਕ ਹੈ। ਉਹ ਕੀ ਕਰਦੇ ਆ, ਮੂਡ ਸਟੇਬਲਾਈਜ਼ਰ ਦਾ ਕੰਮ ਕਰਦੇ ਆ ਔਰ ਨੋਜ਼ੀਆ ਔਰ ਸਟ੍ਰੈਸ ਨੂੰ ਰਿਲੀਵ ਕਰਦੇ ਆ, ਠੀਕ ਹੈ। ਅਰੋਮਾ ਥੈਰੇਪੀ ਜਿਹੜੀ ਹੈਗੀ ਆਪਣੇ ਕੋਲ, ਠੀਕ ਹੈ। ਸੋ ਆਲਟਰਨੇਟਿਵ ਮੈਡੀਸਨ ਦੇ ਵਿੱਚ ਆਪਣੇ ਕੋਲ ਫਸਟ ਰਿਲੈਕਸੇਸ਼ਨ ਥੈਰੇਪੀ ਹੈਗਾ। ਰਿਲੈਕਸੇਸ਼ਨ ਥੈਰੇਪੀ ਦੇ ਵਿੱਚ ਜੋ ਯੋਗਾ ਮੈਡੀਟੇਸ਼ਨ ਆ ਗਿਆ, ਠੀਕ ਹੈ। ਉਹ ਕੀ ਕਰਦੇ ਆ, ਬੋਡੀ ਨੂੰ ਕਾਮ ਕਰਦੇ ਆ, ਸੂਦ ਕਰਦੇ ਆ, ਮਾਈਂਡ ਨੂੰ ਰਿਲੈਕਸੇਸ਼ਨ ਪ੍ਰੋਵਾਈਡ ਕਰਦੇ ਆ, ਠੀਕ ਹੈ। ਮਸਾਜ ਥੈਰੇਪੀ ਦੇ ਵਿੱਚ ਆਪਾਂ ਕੀ ਕੀਤਾ ਸੀ, ਮਸਾਜ ਕਰਨੀ ਹੈ ਪੇਸ਼ੈਂਟ ਨੂੰ ਸੋ ਦੈਟ ਜਿਹੜੀ ਪੇਨ ਸਟ੍ਰੈਸ ਡਿਪਰੈਸ਼ਨ ਦੀ ਕੰਡੀਸ਼ਨ ਹੈਗੀ ਆ ਉਹ ਰਿਡਿਊਸ ਹੋ ਜਾਏ ਪਰਸਨ ਦੀ, ਠੀਕ ਹੈ। ਐਕੂਪੰਕਚਰ ਆਫਟਰ ਕੀਮੋਥੈਰੇਪੀ ਮੇਨ ਸਾਈਡ ਇਫੈਕਟ ਹੁੰਦਾ ਕਿ ਪਰਸਨ ਨੂੰ ਨੋਜ਼ੀਆ ਵੋਮਿਟਿੰਗ ਫੀਲ ਹੁੰਦੀ ਹੈ, ਠੀਕ ਹੈ। ਇਸ ਕੰਡੀਸ਼ਨ ਦੇ ਵਿੱਚ ਆਪਾਂ ਕੀ ਕਰਨਾ, ਐਕੂਪੰਕਚਰ ਦੀ ਥੈਰੇਪੀ ਦੇ ਨਾਲ ਕੀ ਕਰਦੇ ਹਾਂ, ਜਿਹੜੇ ਸਿੰਪਟਮਸ ਹੈਗੇ ਆ ਵੋਮਿਟਿੰਗ ਔਰ ਨੋਜ਼ੀਆ ਉਹ ਆਪਾਂ ਈਜ਼ੀਲੀ ਰਿਲੀਵ ਕਰ ਸਕਦੇ ਹਾਂ, ਠੀਕ ਹੈ। ਔਰ ਜਿਹੜੀ ਫਟੀਗ ਹੈਗੀ ਆ ਉਹਨੂੰ ਆਪਾਂ ਐਕੂਪੰਕਚਰ ਦੀ ਹੈਲਪ ਦੇ ਨਾਲ ਰਿਡਿਊਸ ਕਰ ਸਕਦੇ ਹਾਂ, ਠੀਕ ਹੈ। ਨੈਕਸਟ ਆ ਗਿਆ ਬਾਇਓਫੀਡਬੈਕ। ਸੋ ਦਿਸ ਮਾਈਂਡ ਬੋਡੀ ਥੈਰੇਪੀ ਯੂਜ਼ਸ ਮੋਨੀਟਰਿੰਗ ਡਿਵਾਈਸ ਦੈਟ ਬੀਪ ਟੂ ਫਲੈਸ਼ when body is sending cues that pain on the way. Aromatherapy, fragrant oils may improve mood and help relieve stress and nausea. So this is all about the medical management. Thank you. So in this chapter we have discussed about myeloma. So myeloma result in an impaired immune system, ठीक है। ਸੋ ਮਾਇਲੋਮਾ ਕਿਸ ਚੀਜ਼ ਦੀ ਇੰਪੇਅਰਮੈਂਟ ਕਰਕੇ ਹੋ ਰਿਹਾ, ਇਮਿਊਨ ਸਿਸਟਮ ਨੂੰ ਇੰਪੇਅਰ ਕਰ ਰਿਹਾ, ਠੀਕ ਹੈ। ਔਰ ਮਾਇਲੋਮਾ ਦੇ ਵਿੱਚ ਕੀ ਹੋ ਰਿਹਾ ਸੀ, ਆਪਣੇ ਕੋਲ ਐਮ ਪ੍ਰੋਟੀਨ ਦਾ ਅਮਾਊਂਟ ਜਿਹੜਾ ਸੀਗਾ ਉਹ ਇਨਕਰੀਜ਼ ਹੋ ਰਿਹਾ ਸੀ, ਐਂਟੀਬੋਡੀਜ਼ ਦੀ ਓਵਰ ਪ੍ਰੋਡਕਸ਼ਨ ਹੋ ਰਹੀ ਸੀਗੀ, ਠੀਕ ਹੈ। ਉਹਦੇ ਕਰਕੇ ਆਪਣੇ ਕੋਲ ਕੀ ਹੋ ਰਿਹਾ ਸੀ, ਮਾਇਲੋਮਾ ਦੀ ਕੰਡੀਸ਼ਨ ਜਿਹੜੀ ਹੈਗੀ ਆ ਉਹ ਰਾਈਜ਼ ਹੋ ਰਹੀ ਸੀਗੀ, ਠੀਕ ਹੈ। ਸੋ ਮਾਇਲੋਮਾ ਦੇ ਨਾਲ ਕੀ ਹੁੰਦਾ, ਆਪਣੇ ਕੋਲ ਜਿਹੜੀਆਂ ਬੋਨਸ ਹੁੰਦੀਆਂ ਉਹ ਡੈਮੇਜ ਹੋ ਜਾਂਦੀਆਂ ਨੇ, ਕਿਡਨੀ ਡੈਮੇਜ ਹੋਣੀ ਸਟਾਰਟ ਹੋ ਜਾਂਦੀ ਹੈ, ਬਲੱਡ ਸੈੱਲ ਕਾਊਂਟ ਜਿਹੜਾ ਹੈਗਾ ਉਹ ਪਰਸਨ ਦਾ ਡਿਕਰੀਜ਼ ਹੋ ਜਾਂਦਾ, ਠੀਕ ਹੈ। ਦੇਰ ਆਰ 4 ਟਾਈਪਸ ਆਫ ਮਾਇਲੋਮਾ। ਫਸਟ ਇਜ਼ MGUS ਔਰ ਮੋਨੋਕੋਨਲ ਮਾਇਲੋਮਾ। ਸੈਕਿੰਡ ਆਪਾਂ ਕੀਤਾ ਸੀ ਇੰਡੋਲੈਂਟ ਮਾਇਲੋਮਾ, ਠੀਕ ਹੈ। ਸੋ ਇੰਡੋਲੈਂਟ ਮਾਇਲੋਮਾ ਕੀ ਸੀ, ਇਹ ਸਿੰਪਟੋਮੈਟਿਕ ਮਾਇਲੋਮਾ ਸੀਗਾ, ਠੀਕ ਹੈ। ਕੋਈ ਸਿੰਪਟਮ ਨਹੀਂ ਇਹਦੇ ਵਿੱਚ ਪ੍ਰੈਜ਼ੈਂਟ ਹੁੰਦਾ, ਠੀਕ ਹੈ। ਸੋ ਐਕਟਿਵ ਮਾਇਲੋਮਾ ਦੀ ਕੰਡੀਸ਼ਨ ਦੇ ਵਿੱਚ ਆਪਣੇ ਕੋਲ ਕੀ ਹੋ ਰਿਹਾ ਸੀਗਾ ਕਿ ਜਿਹੜੇ ਮਾਇਲੋਮਾ ਸੈਲਸ ਆ ਉਹਨਾਂ ਦਾ ਅਮਾਊਂਟ ਇਨਕਰੀਜ਼ ਹੋ ਰਿਹਾ ਸੀਗਾ, ਠੀਕ ਹੈ। ਔਰ ਇਸ ਕੰਡੀਸ਼ਨ ਦੇ ਵਿੱਚ ਟ੍ਰੀਟਮੈਂਟ ਸੀਗਾ ਜਿਹੜਾ ਉਹ ਰਿਕੁਆਇਰਡ ਸੀਗਾ, ਠੀਕ ਹੈ। ਔਰ ਲਾਸਟ ਆਪਾਂ ਕੀਤਾ ਸੀ ਮਲਟੀਪਲ ਮਾਇਲੋਮਾ, ਠੀਕ ਹੈ। ਮਲਟੀਪਲ ਮਾਇਲੋਮਾ ਦੀ ਕੰਡੀਸ਼ਨ ਦੇ ਵਿੱਚ ਕੀ ਹੋ ਰਿਹਾ ਸੀ, ਮਾਇਲੋਮਾ ਸੈਲਸ ਦਾ ਨੰਬਰ ਇਨਕਰੀਜ਼ ਹੋ ਜਾਂਦਾ, ਠੀਕ ਹੈ। ਔਰ ਬੋਡੀ ਦੇ ਵਿੱਚ ਉਹ ਜਿਹੜਾ ਹੈਗਾ ਸਪਰੈਡ ਹੋ ਜਾਂਦੇ ਆ ਮਾਇਲੋਮਾ ਸੈਲਸ, ਠੀਕ ਹੈ। ਉਹਦੇ ਨਾਲ ਕੀ ਹੋ ਰਿਹਾ, ਬੋਡੀ ਦੇ ਦੂਸਰੇ ਪਾਰਟਸ 'ਤੇ ਇਫੈਕਟ ਹੋ ਰਿਹਾ, ਠੀਕ ਹੈ। ਅਦਰ ਔਰਗਨਸ ਜਿਹੜੇ ਹੈਗੇ ਆ ਲਾਈਕ ਲੀਵਰ, ਬੋਨਸ ਔਰ ਕਿਡਨੀ ਜਿਹੜੇ ਹੈਗੇ ਆ ਉਹ ਆਪਣੇ ਡੈਮੇਜ ਹੋਣੇ ਸਟਾਰਟ ਹੋ ਜਾਂਦੇ ਮਲਟੀਪਲ ਮਾਇਲੋਮਾ ਦੇ ਵਿੱਚ, ਠੀਕ ਹੈ। ਆਫਟਰ ਦੈਟ ਆਪਾਂ ਕੀਤਾ ਸੀ ਕਾਜ਼ਿਜ਼ ਐਂਡ ਰਿਸਕ ਫੈਕਟਰਸ ਫੋਰ ਮਾਇਲੋਮਾ, ਠੀਕ ਹੈ। ਮੀਨਸ ਜੈਨੇਟਿਕ ਫੈਕਟਰ ਸੀਗੇ ਜਿਹੜੇ ਮਾਇਲੋਮਾ ਕਾਜ਼ ਕਰਦੇ ਆ, ਠੀਕ ਹੈ। ਅਦਰ ਆਪਾਂ ਕੀਤੇ ਸੀਗੇ ਕਿ ਲਾਈਕ ਕੁਛ ਸਰਟਨ ਕੈਮੀਕਲ ਐਕਸਪੋਜ਼ਰਸ ਦੇ ਵਿੱਚ ਆਉਣ ਕਰਕੇ ਵੀ ਕੀ ਹੋ ਰਿਹਾ ਸੀਗਾ, ਮਲਟੀਪਲ ਮਾਇਲੋਮਾ ਦੀ ਕੰਡੀਸ਼ਨ ਜਿਹੜੀ ਹੈਗੀ ਆ ਉਹ ਅਰਾਈਜ਼ ਹੋ ਰਹੀ ਸੀਗੀ, ਠੀਕ ਹੈ। ਉਸ ਤੋਂ ਬਾਅਦ ਆਪਾਂ ਕਲੀਨਿਕਲ ਮੈਨੀਫੈਸਟੇਸ਼ਨ ਕੀਤੇ ਸੀਗੇ, ਠੀਕ ਹੈ। ਕਲੀਨਿਕਲ ਮੈਨੀਫੈਸਟੇਸ਼ਨ ਦੇ ਵਿੱਚ ਆਪਾਂ ਕੀ ਕੀਤਾ ਸੀਗਾ ਕਿ ਆਪਣੇ ਕੋਲ ਓਸਟੀਓਪੋਰੋਸਿਸ ਦੀ ਕੰਡੀਸ਼ਨ ਪ੍ਰੈਜ਼ੈਂਟ ਸੀਗੀ ਇਹਦੇ ਵਿੱਚ, ਠੀਕ ਹੈ। ਕਿ ਜਿਹੜੇ ਐਮ ਪ੍ਰੋਟੀਨਸ ਹੈਗੇ ਆ ਉਹ ਬੋਨ ਦੀ ਆਊਟਰ ਲੇਅਰ ਨੂੰ ਕੀ ਕਰਦੇ ਆ, ਡੈਮੇਜ ਕਰਨਾ ਸਟਾਰਟ ਕਰ ਦਿੰਦੇ ਆ, ਤਾਂ ਉਹਦੇ ਕਰਕੇ ਓਸਟੀਓਪੋਰੋਸਿਸ ਦੀ ਕੰਡੀਸ਼ਨ ਰਾਈਜ਼ ਹੋਣੀ ਸਟਾਰਟ ਹੋ ਜਾਂਦੀ ਹੈ, ਠੀਕ ਹੈ। ਓਸਟੀਓਲਿਟਿਕ ਕੰਡੀਸ਼ਨ ਕਰਕੇ ਆਪਣੇ ਕੋਲ ਕੀ ਹੋ ਰਿਹਾ ਸੀ, ਬਲੱਡ ਦੇ ਵਿੱਚ ਕੈਲਸ਼ੀਅਮ ਲੈਵਲ ਇਨਕਰੀਜ਼ ਹੋਣਾ ਸਟਾਰਟ ਹੋ ਜਾਂਦਾ, ਠੀਕ ਹੈ। ਔਰ ਬੋਨ ਡੀਜਨਰੇਸ਼ਨ ਹੋਣ ਕਰਕੇ ਕੀ ਹੋ ਰਿਹਾ ਸੀਗਾ, ਆਪਣੇ ਕੋਲ ਮੇਨਲੀ ਬੋਨ ਡੀਜਨਰੇਸ਼ਨ, ਰਿਬਸ ਔਰ ਸਪਾਈਨਲ ਬੋਨਸ ਦੀ ਡੀਜਨਰੇਸ਼ਨ ਹੁੰਦੀ ਹੈ, ਤਾਂ ਉਹਦੇ ਕਰਕੇ ਚੈਸਟ ਪੇਨ ਔਰ ਬੈਕ ਪੇਨ ਪ੍ਰੈਜ਼ੈਂਟ ਹੋਏਗੀ ਪਰਸਨ ਦੇ ਵਿੱਚ, ਠੀਕ ਹੈ। ਜੁਆਇੰਟ ਪੇਨ ਪ੍ਰੈਜ਼ੈਂਟ ਹੋਏਗੀ, ਠੀਕ ਹੈ। ਸਮਟਾਈਮ ਕੀ ਹੋਏਗਾ, ਬੋਨ ਡੀਜਨਰੇਸ਼ਨ ਹੋਣ ਕਰਕੇ ਕੀ ਹੋਏਗਾ, ਜਿਹੜੀਆਂ ਨਰਵਸ ਨੇ ਉਹ ਪ੍ਰੈਸ ਹੋ ਜਾਂਦੀਆਂ ਨੇ, ਤਾਂ ਉਹਦੇ ਕਰਕੇ ਆਪਣੇ ਕੋਲ ਨਬਨੈਸ, ਟਿੰਗਲਿੰਗ, ਬਰਨਿੰਗ ਸੈਂਸੇਸ਼ਨ, ਲਾਸ ਆਫ ਫੰਕਸ਼ਨ ਆਫ ਲਿੰਬਸ ਜਿਹੜੇ ਹੈਗੇ ਆ ਉਹ
अपीयर होने स्टार्ट हो जाने, ठीक है। बाकी हाइपर कैलेसीमिया की कंडीशन दे विच वॉमिटिंग, लॉस ऑफ एपेटाइट, मसल वीकनेस, कॉन्स्टिपेशन, ठीक है। और किडनी डैमेज के केसिस की सीगा यूरिन प्रोडक्शन जी हैगी डिक्रीज हो जाती है, डिहाइड्रेशन के चांसिस इनक्रीज हो जाने, थर्स्ट इनक्रीज हो जाएगी, रेस्टलैसनेस, डिफिकल्टी इन थिंकिंग एंड कंसनट्रेटिंग जी हैगी वो इनक्रीज हो जाएगी, कन्फ्यूजन जी हैगी परसन के विच वो इनक्रीज हो जाती है, ठीक है। नैक्सट आपां कीता सी हाइपर विस्कोसिटी सिंड्रोम जिहड़ा होएगा मायलोमा की कंडीशन दे विच राइज होना स्टार्ट हो जाता, आरबीसीज का काउंट डिक्रीज हो जाएगा, ठीक है। वो करके अनीमिया की कंडीशन राइज होनी स्टार्ट हो जाएगी, पेल, फटीग और माइल्ड शॉर्टनेस ऑफ ब्रेथ प्रेजेंट होएगा परसन दे विच, ठीक है। वाइट ब्लड सैल काउंट डिक्रीज होने करके की होएगा, जिहड़े इन्फैक्शन की ससैप्टेबिलिटी सीगी वो इनक्रीज हो जाती है, लो प्लेटलेट काउंट होने करके की हो रहा सी ब्लीडिंग के चांसिस जिहड़े हैगे वो इनक्रीज हो जाते हैं, ठीक है। सो दीज ऑल अबाउट द क्लीनिकल मैनीफेस्टेशन। उस तो बाद आप डायग्नोस्टिक इवैल्यूएशन किया सीगा, ठीक है। ब्लड और यूरिन टैसट परफॉर्म करवाने से आप परसन दे, लाइक कंप्लीट ब्लड काउंट करवाना सी, वाइट ब्लड सैल डिफरेंशिएट, ब्लड केमिस्ट्री पैनल करवाना, इम्यूनोग्लोबिन लैवल आप चैक करना परसन का, सीरम प्रोटीन इलैक्ट्रोफोरेसिस, यूरीन प्रोटीन इलैक्ट्रोफोरेसिस, इम्यूनोफिक्सेशन और इम्यूनो इलैक्ट्रोफोरेसिस आप परफॉर्म करवाए सी। पेशेंट 24 आवर यूरीन टेस्ट परफॉर्म करवाया, ठीक है। 24 यूरीन टेस्ट के आप बेंजोन प्रोटीन जोड़ा है आप चैक किया, ठीक है। बेंजोन प्रोटीन की है ये एम प्रोटीन है, ठीक है, जोड़ा जिहदी लाइट चेन प्रोटीन मीनस लाइट चेन प्रोटीन होंगे यूरीन दे विच अपने कोल प्रेजेंट है, ठीक है। नैक्सट अपने बोन मैरो एग्जामिनेशन करवाया पेशेंट का और इमेजिंग प्रोसीजर कराया, लाइक एक्सरे, पीईटी स्कैन, MRI, CT स्कैन परफॉर्म करवाया पेशेंट का, ठीक है। दैन आफ्टर दैट आप मैडिकल मैनेजमेंट कीमोथैरेपी और रेडिएशन थैरेपी देनी है परसन को, ठीक है। बायोफॉस्फोनेट्स देने सो दैट जी ओस्टियोलाइसिस की कंडीशन सी, ओस्टियोपोरोसिस की कंडीशन को कंट्रोल करने लिए आप बायोफॉस्फोनेट्स दिंदे परसन को, ठीक है। ऑल्टरनेटिव मैडिसिनस आप पेशेंट को रिलैक्सेशन टेक्नीक, मसाज थैरेपी, एक्यूपंक्चर, बायोफीडबैक और रोमा थैरेपी जी है वो परसन को अवेल करवानियां ने। दैट्स ऑल अबाउट मायलोमा। थैंक यू स्टूडेंट्स।